ਪਹਿਲਾਂ ਵਾਇਰਲ ਹੋਈ ਆਡੀਓ ਉਹਦੇ ਵਿੱਚ ਨਾਰਾਜ਼ਗੀ ਜਤਾਈ ਐਮਐਲਏ ਦੇ ਵੱਲੋਂ ਤੇ ਉਹਦੀ ਐਸਐਚਓ ਦੀ ਬਦਲੀ ਹੋ ਗਈ ਸੀ। ਪਰ ਤੁਹਾਨੂੰ ਕੀ ਲੋੜ ਪੈ ਗਈ ਸੀ ਇਸ ਮਾਮਲੇ ਦੇ ਵਿੱਚ ਐਮਐਲਏ ਦਾ ਵਿਰੋਧ ਕਰਨ ਦੀ, ਇਹਨੇ ਉਹ ਵੀ ਇੰਨੇ ਸਖਤ ਸ਼ਬਦਾਂ ਦੇ ਵਿੱਚ? ਜਦੋਂ ਮਤਲਬ ਕੁਝ ਦਿਨਾਂ ਬਾਅਦ ਉਹਦੀ ਬਦਲੀ ਕਰ ਦਿੱਤੀ ਗਈ ਤਾਂ ਫਿਰ ਮੈਨੂੰ ਆਪਣੀ ਤਕਲੀਫ ਜਿਹੜੀ ਹੈਗੀ ਉਹ ਯਾਦ ਆਈ। ਤਾਂ ਮੈਂ ਉਸ ਤਕਲੀਫ ਨੂੰ ਆਪਣੀ ਤਕਲੀਫ ਸਮਝ ਕੇ ਮਤਲਬ ਜਿਹੜੀ ਉਹ ਗੱਲਬਾਤ ਜਾਂ ਉਹ ਕਮੈਂਟ ਉਹਨਾਂ ਦੇ ਖਿਲਾਫ ਕੀਤੇ ਸੀਗੇ। ਆਮ ਬੋਲੋ ਭਾਸ਼ਾ 'ਚ ਸਾਲਾ ਵੀ ਕਹਿ ਦਿੰਦੇ, ਤਾਂ ਮੈਂ ਇਹਦੇ ਵਿੱਚ ਨਹੀਂ ਕਿਹਾ। ਪਰ ਸੇਖੋ ਸਾਹਿਬ, ਜੇ ਕਿਸੇ ਚੀਜ਼ ਦਾ ਆਪਾਂ ਵਿਰੋਧ ਕਰਦੇ ਹਾਂ ਉਸ ਭਾਸ਼ਾ ਦੀ ਵੀ ਕੋਈ ਮਰਿਆਦਾ ਮਾਂ-ਬਾਪ ਨੇ ਇਹਨਾਂ ਨੂੰ ਦਿੱਤਾ ਜਨਮ, ਠੀਕ ਹੈ, ਉਹ ਅਧਿਕਾਰ ਰੱਖਦੇ ਇਹਨਾਂ ਨੂੰ ਕੰਜਰ ਕਹਿਣ ਦਾ ਜਾਂ ਇਹ ਚੀਜ਼ਾਂ ਕਹਿਣ ਦਾ, ਠੀਕ ਹੈ। ਮੈਂ ਕਿਉਂ ਰੱਖਦਾ? ਮੈਂ ਵੀ ਅਧਿਕਾਰ ਰੱਖਦਾ ਕਿਉਂਕਿ ਮੈਂ ਇਹਨਾਂ ਨੂੰ ਐਮਐਲਏ ਦੇ ਤੌਰ ਤੇ ਬੀਇੰਗ ਏ ਵੋਟਰ, ਬੀਇੰਗ ਏ ਸਿਟੀਜ਼ਨ ਆਫ ਪੰਜਾਬ ਐਂਡ ਇੰਡੀਆ ਮੈਂ ਵੋਟ ਕੀਤਾ। ਤਾਂ ਵੋਟ ਕਰਨ ਦੇ ਹਿਸਾਬ ਨਾਲ ਇਹ ਐਮਐਲਏ ਬਣੇ ਹੈ ਜਾਂ ਕੁਝ ਹੋਰ ਬਣੇ ਹੈ, ਤਾਂ ਉਹਦਾ ਮਤਲਬ ਉਹ ਇੱਕ ਸਾਡੀ ਔਲਾਦ ਹੋ ਗਈ, ਠੀਕ ਹੈ। ਮੈਂ ਬੀਇੰਗ ਏ ਵੋਟਰ ਇਹਨਾਂ ਦਾ ਪਿਓ ਹੈ। ਇਹ ਲਫ਼ਜ਼ ਮੇਰੇ ਇਕੱਲੇ ਹਰਮਿੰਦਰ ਸਿੰਘ ਗਿੱਲ ਵਾਸਤੇ ਨਹੀਂ ਹੈ, ਇਹ ਜਿੰਨੇ ਵੀ ਇਲੈਕਟ ਹੋ ਕੇ ਅੱਜ ਤੱਕ ਆਏ ਆ ਲੋਕ ਜਿਹੜੇ, ਉਹਨਾਂ ਸਾਰਿਆਂ ਵਾਸਤੇ ਹੈ, ਠੀਕ ਹੈ। ਇਹਨਾਂ ਸਾਰਿਆਂ ਨੇ ਹੀ ਮਤਲਬ ਕੰਜਰਾਂ ਵਾਲਾ ਕੰਮ ਕਰਕੇ, ਜਗਰਿਆ ਖਾਨ ਵਾਲੇ ਕੰਮ ਕਰਕੇ ਪੰਜਾਬ ਨੂੰ ਹੱਸਦੇ ਵਸਦੇ ਨੂੰ ਉਜਾੜ ਕੇ ਅੱਜ ਇੱਥੇ ਲੈ ਜਾਂਦਾ। ਇਹ ਸਾਰੇ ਹੀ ਗੁਨਾਹਗਾਰ ਨੇ। ਤੇ ਸਭ ਤੋਂ ਵੱਡਾ ਗੁਨਾਹਗਾਰ ਅੱਜ ਦੇ ਦਿਨਾਂ ਵਿੱਚ ਜਿਹੜਾ ਇਸ ਸਰਕਾਰ ਨੂੰ ਹੈੱਡ ਕਰ ਰਿਹਾ, ਜਿਹਨੇ ਕਿ ਮੱਥੇ ਦੇ ਸਾਹਮਣੇ ਗੁਟਕਾ ਲਾਇਆ ਆਪਣੇ, ਠੀਕ ਹੈ, ਤੇ ਝੂਠੀ ਸਹੁੰ ਖਾਧੀ, ਫਿਰ 295 ਦਾ ਪਰਚਾ ਤਾਂ ਉਹਦੇ ਤੇ ਪਹਿਲਾਂ ਦਰਜ ਹੋਣਾ ਚਾਹੀਦਾ। ਜੇ ਇਹਨਾਂ ਨੂੰ ਜਗਰੇ ਖਾਨ ਨਹੀਂ ਚੰਗਾ ਲੱਗਦਾ, ਹੋਰ ਬੜੇ ਸੋਹਣੇ ਨਾਮ ਹੈਗੇ ਆ, ਹਿਟਲਰ ਹੈਗਾ, ਰਾਵਣ ਹੈਗੇ ਆ, ਠੀਕ ਹੈ, ਗੰਗੂ ਹੈਗਾ। ਸਾਡੇ ਉਦਾਹਰਨ ਜਿਹੜੀ ਮਤਲਬ ਸਾਡੇ ਆਪਣੇ ਸਿੱਖ ਇਤਿਹਾਸ ਦੀ ਜਿਹੜੀ ਮੁਖਬਰੀ ਤੇ ਬੱਚੇ ਤੇ ਮਾਤਾ ਦਾ ਸ਼ਹੀਦ ਹੋਏ, ਜਿਹੜਾ ਨਾਮ ਚੰਗਾ ਲੱਗਦਾ ਇਹ ਆਪਣਾ ਰੱਖ ਲੈਣ। ਇਹ ਸਾਰੇ ਹੀ ਆਡੀਓ ਦੇ ਵਿੱਚ ਤੁਹਾਨੂੰ ਗਲਤ ਕੀ ਗੱਲ ਲੱਗੀ? ਕਿਉਂਕਿ ਐਮਐਲਏ ਸਾਹਿਬ ਨੇ ਉਹਦੇ ਵਿੱਚ ਬਰੀਫ ਕੀਤਾ ਹੈ ਕਿ ਜੇਕਰ ਮੈਂ ਉਹਦੇ ਵਿੱਚ ਕੋਈ ਗਲਤ ਕੀਤਾ ਤਾਂ ਉਹਦੇ ਤੇ ਕਾਰਵਾਈ ਕੀਤੀ ਜਾਵੇ, ਮੈਨੂੰ ਸਜ਼ਾ ਦਿੱਤੀ ਜਾਵੇ। ਬਿਲਕੁਲ ਸਿੱਧੀਆਂ ਦੋ ਧਾਰਾਂ ਉਹਦੇ ਤੇ ਲੱਗਦੀਆਂ। ਇੱਕ ਤਾਂ ਉਹਨੇ ਮਤਲਬ ਉਹਨੂੰ ਧਮਕਾ ਰਿਹਾ ਹੈ, ਠੀਕ ਹੈ, ਵੀ ਤੂੰ ਮਤਲਬ ਮੈਨੂੰ ਮਿਲਣ ਨਹੀਂ ਆਇਆ। ਮੈਨੂੰ ਇਹ ਦੱਸਿਆ ਜਾਵੇ ਕਿ ਕਿਹੜੀ ਸੰਸਦ ਦਾ ਕਾਨੂੰਨ, ਕਿਹੜੀ ਵਿਧਾਨ ਸਭਾ ਦਾ ਕਾਨੂੰਨ, ਕਿਹੜੀ ਸੰਵਿਧਾਨ ਦੀ ਧਾਰਾ ਜਾਂ ਕੋਈ ਹੋਰ ਕਾਨੂੰਨ ਜਿਹੜਾ ਕੋਈ ਇਹਨਾਂ ਨੂੰ ਅਧਿਕਾਰ ਦਿੰਦਾ ਹੋਵੇ ਕਿ ਐਸਐਚਓ ਕਟਸੀ ਕਾਲ ਕਰੇ। ਐਸਐਚਓ ਕਟਸੀ ਕਾਲ ਕਿਉਂ ਕਰੇ ਇਹਨਾਂ ਨੂੰ? ਹਰੇਕ ਐਮਐਲਏ ਤੇ ਹਰੇਕ ਇਹਨਾਂ ਬੰਦਿਆਂ ਨੇ ਆਪਣੀਆਂ ਗੁੰਡਿਆਂ ਦੀਆਂ ਟੀਮਾਂ ਬਣਾਈਆਂ ਹੋਈਆਂ ਸਭ ਨੇ, ਤੇ ਥਾਣੇ ਵੀ ਪ੍ਰਾਈਵੇਟ ਕਰ ਲੈਣ। ਕੀ ਲੋੜ ਹੈ? ਕਾਹਦੇ ਵਾਸਤੇ ਲੋਕਾਂ ਦੇ ਬੱਚਿਆਂ ਨੂੰ ਜਾਂ ਮਤਲਬ ਸਾਡੇ ਵਰਗੇ ਬੰਦਿਆਂ ਨੂੰ ਇਹ ਮਤਲਬ ਇਹ ਕਰਦੇ ਆ? ਅਸਤੀਫੇ ਦੇਣਗੇ ਆਪਣੇ? ਮੈਨੂੰ ਤਾਂ ਲੱਗਦਾ ਲੋਕ ਖੜੇ ਹੋਣਗੇ, ਅਸੀਂ ਨਿਕਲਾਂਗੇ ਇਸ ਚੀਜ਼ ਦੇ ਵਿੱਚੋਂ, ਤੇ ਆਪਣੇ ਥਾਣੇ ਆਪ ਬਣਾ ਲੈਣ, ਆਪਣੇ ਜਿਹੜੇ ਇਹਨਾਂ ਦੇ ਗੁੰਡੇ ਪਾਲੇ ਹੋਏ ਉਹਨੂੰ ਐਸਐਚਓ ਲਾ ਲਿਆ ਕਰਨ, ਜਿਹਨੂੰ ਮਰਜ਼ੀ ਕਰੀ ਜਾਇਆ ਕਰਨ। ਤੁਸੀਂ ਆਡੀਓ ਤੇ ਰਿਐਕਟ ਕੀਤਾ, ਤੁਹਾਡੀ ਵੀ ਸਭ ਤੋਂ ਪਹਿਲਾਂ ਜਦੋਂ ਤੁਸੀਂ ਸੁਰਖੀਆਂ 'ਚ ਆਏ ਤੁਹਾਡੀ ਵੀ ਆਡੀਓ ਹੀ ਵਾਇਰਲ ਹੋਈ ਸੀ ਮੰਤਰੀ ਆਸ਼ੂ ਦੇ ਨਾਲ। ਉਸ ਤੋਂ ਬਾਅਦ ਤੁਸੀਂ ਹੁਣ ਤੱਕ ਵਿਵਾਦਾਂ ਸਸਪੈਂਡ ਚੱਲ ਰਹੇ ਹੋ। ਤੁਹਾਨੂੰ ਲੱਗਿਆ ਨਹੀਂ ਕਿ ਜੇ ਹੁਣ ਇਸ ਆਡੀਓ ਦੇ ਮਾਮਲੇ ਦੇ ਵਿੱਚ ਬੋਲਿਆ ਤਾਂ ਮੇਰੇ ਤੇ ਹੋਰ ਕਾਰਵਾਈ ਹੋ ਸਕਦੀ ਹੈ, ਜਿਵੇਂ ਕਿ ਹੋ ਵੀ ਗਈ? ਮੈਂ ਇਹਨਾਂ ਤੋਂ ਬਿਲਕੁਲ ਡਰਦਾ ਨਹੀਂ ਹੈਗਾ, ਠੀਕ ਹੈ। ਮੈਂ ਪਹਿਲਾਂ ਵੀ ਕਿਹਾ ਸੀਗਾ, ਠੀਕ ਹੈ, ਹੁਣ ਵੀ ਕਹਿੰਦਾ। ਮੈਂ ਇਹਨਾਂ ਨੇ ਮੇਰੇ ਤੇ ਕੇਸ ਰਜਿਸਟਰ ਕੀਤਾ, ਮੈਂ ਅੱਜ ਵੀ ਕਹਿੰਦਾ ਮੈਂ ਇਸ ਕੇਸ ਵਿੱਚ ਬੇਲ ਨਹੀਂ ਲਊਂਗਾ। ਮੈਨੂੰ ਜਦੋਂ ਮਰਜ਼ੀ ਅਰੈਸਟ ਕਰ ਲੈਣ, ਠੀਕ ਹੈ, ਮੈਂ ਘਰੇ ਅਵੇਲੇਬਲ ਹਾਂ। ਮੈਂ ਤੁਹਾਡੇ ਥਰੂ ਇਹ ਅਪੀਲ ਕਰਦਾ ਕਿ ਮਤਲਬ ਘੱਟੋ ਘੱਟ ਮੈਨੂੰ ਮੇਰੇ ਤੇ ਰੇਡ ਕਰਕੇ ਜਲੀਲ ਨਾ ਕੀਤਾ ਜਾਵੇ। ਮੈਨੂੰ ਟੈਲੀਫੋਨ ਕਰੋ, ਮੈਨੂੰ ਜਿੱਥੇ ਕਹੋਗੇ ਮੈਂ ਉੱਥੇ ਜਾ ਕੇ ਹਾਜ਼ਰ ਹੋ ਜਾਊਂਗਾ। ਮੈਨੂੰ ਜੇਲ੍ਹ ਭੇਜਣ, ਮੈਨੂੰ ਕੋਈ ਦਿੱਕਤ ਨਹੀਂ। ਪਰ ਉਸ ਤੋਂ ਪਹਿਲਾਂ ਮੇਰਾ ਇੱਕ ਕੁਐਸਚਨ ਹੈ ਕਿ ਐਮਐਲਏ ਬੈਂਸ ਦੇ ਖਿਲਾਫ ਜਿਹਦੀ ਕਿ ਜ਼ਮਾਨਤ ਵੀ ਰਿਜੈਕਟ ਹੋਈ ਹੈ, ਠੀਕ ਹੈ, ਉਹਨੂੰ ਅੱਜ ਤੱਕ ਕਿਸੇ ਨੇ ਜੇਲ੍ਹ ਨਹੀਂ ਭੇਜਿਆ, ਠੀਕ ਹੈ। ਉਹ ਕਿਹੜੇ ਕਾਨੂੰਨ ਦੇ ਤਹਿਤ ਬਾਹਰ ਹੈ? ਅਜੇ ਮੰਤਰੀ ਆਸ਼ੂ ਦੇ ਕੇਸ ਜਿਹੜੇ ਹੈਗੇ ਆ, ਇਹਨੂੰ ਵੀ ਚਲਾਣਾ ਮੇਰੇ ਕਰਕੇ ਅੰਦਰ ਦਿੱਤਾ ਜਾ ਸਕਦਾ। ਚਲੋ ਪਾਰਟ ਆਫ ਇਨਕੁਆਇਰੀ ਆਪਾਂ ਹੁਣ ਪਾਸੇ ਕਰ ਦਿੰਦੇ ਨੇ। ਐਮਐਲਏ ਬੈਂਸ ਜਿਹੜਾ ਹੈਗਾ ਉਹ ਕਿਸ ਕਾਰਨ ਕਰਕੇ ਬਾਅਦ ਖੁੱਲ੍ਹਾ ਛੱਡਿਆ ਹੋਇਆ ਇਹਨਾਂ ਨੇ? ਮੇਰਾ ਇੱਕੋ ਇੱਕ ਕੁਐਸਚਨ ਹੈਗਾ, ਉਹਨੂੰ ਪਹਿਲਾਂ ਫੜ ਕੇ ਅੰਦਰ ਦਿਓ ਫਿਰ ਮੈਨੂੰ ਦਿਓ। ਤੇ ਜੇ ਮੈਨੂੰ ਪਹਿਲਾਂ ਅੰਦਰ ਦਿੱਤਾ ਤਾਂ ਫਿਰ ਇਹਦੇ ਨਤੀਜੇ ਜਿਹੜੇ ਭੁਗਤਣਗੇ ਉਹ ਮਤਲਬ ਇਹਨਾਂ ਨੇ ਸੋਚੇ ਵੀ ਨਹੀਂ ਹੋਣਗੇ। D5 ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਆਡੀਓ ਵਾਇਰਲ ਹੋਈ ਸੀ ਐਮਐਲਏ ਪੱਟੀ ਹਰਮਿੰਦਰ ਸਿੰਘ ਗਿੱਲ ਅਤੇ ਹਰੀਕੇ ਦੇ ਸਾਬਕਾ ਐਸਐਚਓ ਐਸਆਈ ਨਵਦੀਪ ਸਿੰਘ ਦੀ, ਜਿਹਦੇ ਵਿੱਚ ਨਵਦੀਪ ਸਿੰਘ ਨੂੰ ਜਿਹੜੇ ਐਮਐਲਏ ਸੀ ਉਹਨਾਂ ਦੇ ਵੱਲੋਂ ਕਾਫੀ ਸਖਤ ਲਹਿਜੇ ਦੇ ਵਿੱਚ ਡਾਂਟਿਆ ਗਿਆ ਸੀ। ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੇ ਹਰੀਕੇ ਐਸਐਚਓ ਲੱਗਣ ਤੋਂ ਬਾਅਦ ਉਹਨਾਂ ਨੂੰ ਸਰਸਰੀ ਕਾਲ ਕਿਉਂ ਨਹੀਂ ਕੀਤੀ, ਜਿਸ ਤੋਂ ਬਾਅਦ ਮਾਮਲਾ ਕਾਫੀ ਜ਼ਿਆਦਾ ਭਖ ਗਿਆ। ਆਡੀਓ ਵਾਇਰਲ ਹੋਣ ਤੋਂ ਬਾਅਦ ਐਮਐਲਏ ਸਾਹਿਬ ਦੇ ਵੱਲੋਂ ਨਾਰਾਜ਼ਗੀ ਜਤਾਈ ਗਈ ਕਿ ਉਹਨਾਂ ਨੇ ਐਸਐਚਓ ਨੇ ਮੇਰੀ ਜਿਹੜੀ ਹੈਗੀ ਆ ਆਡੀਓ ਵਾਇਰਲ ਕਿਉਂ ਕੀਤੀ, ਜਿਸ ਤੋਂ ਬਾਅਦ ਐਸਐਚਓ ਤੇ ਐਕਸ਼ਨ ਲਿਆ ਗਿਆ, ਉਹਨਾਂ ਦੀ ਬਦਲੀ ਕਰ ਦਿੱਤੀ। ਉਸ ਤੋਂ ਬਾਅਦ ਹੀ ਅਫਸਰ ਨੇ ਡੀਐਸਪੀ ਬਲਵਿੰਦਰ ਸਿੰਘ ਸੇਖੋਂ
ਜਿਨ੍ਹਾਂ ਦੇ ਵੱਲੋਂ ਨਾਰਾਜ਼ਗੀ ਜਤਾਈ ਗਈ ਸੀ SHO ਦੀ ਬਦਲੀ ਤੋਂ। ਉਹਨਾਂ ਨੇ ਸਖਤ ਲਹਿਜੇ ਦੇ ਵਿੱਚ MLA ਦਾ ਵਿਰੋਧ ਕੀਤਾ ਸੀ ਕਿ ਉਹਨਾਂ ਨੇ ਬਦਲੀ ਕਿਉਂ ਕਰਾਈ। ਕਾਫੀ ਸਖਤ ਸ਼ਬਦ ਵੀ ਲਿਖੇ ਗਏ ਸੀ। ਉਸ ਤੋਂ ਬਾਅਦ MLA ਦੇ ਕੁਝ ਸਮਰਥਕਾਂ ਦੇ ਵੱਲੋਂ DSP ਸਾਹਿਬ ਦੇ ਖਿਲਾਫ ਇੱਕ ਕੰਪਲੇਂਟ ਦਿੱਤੀ ਗਈ ਤੇ ਨਾਲ ਹੀ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ। ਇਸ ਵਕਤ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ DSP ਬਲਵਿੰਦਰ ਸਿੰਘ ਸੇਖੋਂ ਤੇ ਜਾਣਾਂਗੇ ਉਹਨਾਂ ਦੇ ਖਿਲਾਫ ਇਹ ਮਾਮਲਾ ਦਰਜ ਕਿਉਂ ਹੋਇਆ ਤੇ ਕੀ ਲੋੜ ਪੈ ਗਈ ਸੀ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਕੁੱਦਣ ਦੀ, ਤੇ ਉਹਨਾਂ ਨਾਲ ਪੂਰੀ ਗੱਲਬਾਤ ਕਰਾਂਗੇ। ਇਸ ਵਕਤ ਸਾਡੇ ਨਾਲ ਮੌਜੂਦ ਨੇ DSP ਸਾਹਿਬ, ਸਵਾਗਤ ਹੈ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਾਮਲਾ ਜਿਹੜਾ ਪਹਿਲਾਂ ਵਾਇਰਲ ਹੋਈ ਆਡੀਓ, ਉਹਦੇ ਵਿੱਚ ਨਾਰਾਜ਼ਗੀ ਜਤਾਈ MLA ਦੇ ਵੱਲੋਂ ਤੇ ਉਹਦੀ SHO ਦੀ ਬਦਲੀ ਹੋ ਗਈ ਸੀ, ਪਰ ਤੁਹਾਨੂੰ ਕੀ ਲੋੜ ਪੈ ਗਈ ਸੀ ਇਸ ਮਾਮਲੇ ਦੇ ਵਿੱਚ MLA ਦਾ ਵਿਰੋਧ ਕਰਨ ਦੀ, ਉਹ ਵੀ ਇੰਨੇ ਸਖਤ ਸ਼ਬਦਾਂ ਦੇ ਵਿੱਚ? ਦੇਖੋ ਜੀ, ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਦਾ ਉਹਨਾਂ ਨੇ ਉਹ ਲਫ਼ਜ਼ ਯੂਜ਼ ਕੀਤੇ ਸੀਗੇ ਉਹ ਸਭ ਨੇ ਦੇਖੇ, ਠੀਕ ਹੈ। ਅੱਗੇ ਵੀ ਇਹ ਕਰਦੇ, ਮੇਰੇ ਵਾਲਾ ਮਾਮਲਾ ਵੀ ਤੁਹਾਨੂੰ ਪੁਰਾਣਾ ਪਤਾ ਹੈ, ਠੀਕ ਹੈ। ਬਹੁਤਾ ਪੈਂਡਿੰਗ ਪਿਆ, ਕਿਸੇ ਨੇ ਉਹਦੇ ਕੋਈ ਅਜੇ ਤੱਕ ਕਾਰਵਾਈ ਨਹੀਂ ਕੀਤੀ। ਤਾਂ ਇੱਕ ਮਤਲਬ ਮਨ ਦੇ ਵਿੱਚ ਤਕਲੀਫ ਤੇ ਵਿਰੋਧ ਪੈਦਾ ਹੋਣਾ ਆਮ ਹੈ, ਠੀਕ ਹੈ। ਬਹੁਤ ਦੇਰ ਤੋਂ ਕੋਈ ਸੁਣਵਾਈ ਨਹੀਂ ਹੋਈ, ਸਾਲ ਤੋਂ 1.5 ਸਾਲ ਤੋਂ ਉੱਪਰ ਮੇਰਾ ਟਾਈਮ ਹੋ ਗਿਆ ਜਿਹੜਾ ਮਤਲਬ ਮੈਂ ਆਪਣੀਆਂ ਦਿੱਤੀਆਂ ਹੋਈਆਂ ਐਪਲੀਕੇਸ਼ਨਾਂ ਉਹਦੇ ਤੇ ਕੁਝ ਨਹੀਂ ਹੋਇਆਗਾ। ਫਿਰ ਇੱਕ ਉਹ ਯੰਗ ਮੁੰਡਾ ਜਿਹੜਾ ਪਹਿਲੀ ਵਾਰ ਆਪਣੀ 2-3 ਸਾਲ ਦੀ ਨੌਕਰੀ 3 ਤੋਂ ਬਾਅਦ SHO ਲੱਗਿਆ, ਉਹ ਪਹਿਲੀ ਵਾਰੀ SHO ਲੱਗਿਆ, ਤੇ ਉਹਨੂੰ ਕਰੋਨਾ ਵਾਇਰਸ ਦੇ ਹਾਲਾਤਾਂ ਦੇ ਵਿੱਚ ਜੋ ਚੱਲ ਰਹੀ ਹੈ, ਪੁਲਿਸ ਜਿਵੇਂ ਡਿਊਟੀ ਕਰ ਰਹੀ ਹੈ, ਤੇ ਉਹੋ ਜਿਹੇ ਸਮੇਂ ਵਿੱਚ ਇਸ ਤਰ੍ਹਾਂ ਦੇ ਕਮੈਂਟ ਕਰਨੇ ਪਹਿਲਾਂ ਤਾਂ ਉਹੀ ਜਿਹੜੇ ਹੈਗੇ ਆ ਬਹੁਤ ਹੀ ਮਤਲਬ ਨਿੰਦਣਯੋਗ ਤੇ ਮਾੜੇ ਨੇ, ਠੀਕ ਹੈ। ਚਲੋ ਉਹਦੇ ਅਗੇਂਸਟ ਉੱਥੇ ਜਿਹੜੇ SSP ਲੱਗੇ ਆ, ਉਹਨਾਂ ਦੀ ਅੱਛੀ ਰੈਪੂਟੇਸ਼ਨ ਹੈ ਵੀ ਉਹ ਬੜਾ ਸਖਤ ਅਫਸਰ ਹੈਗਾ, ਤੇ ਇਸ ਕਰਕੇ ਸਾਨੂੰ ਉਮੀਦ ਸੀ ਕਿ ਉਹਨੂੰ ਉਹਦਾ ਕਰਨਗੇ, ਤੇ ਇਸ ਕਰਕੇ ਮੈਂ ਕੋਈ ਕਮੈਂਟ ਇਹਦੇ ਦਿੱਤੇ ਨਹੀਂ ਸੀਗੇ। ਪਰ ਜਦੋਂ ਮਤਲਬ ਕੁਝ ਦਿਨਾਂ ਬਾਅਦ ਉਹਦੀ ਬਦਲੀ ਕਰ ਦਿੱਤੀ ਗਈ, ਤਾਂ ਫਿਰ ਮੈਨੂੰ ਆਪਣੀ ਤਕਲੀਫ ਜਿਹੜੀ ਹੈਗੀ ਉਹ ਯਾਦ ਆਈ। ਤਾਂ ਮੈਂ ਉਸ ਤਕਲੀਫ ਨੂੰ ਆਪਣੀ ਤਕਲੀਫ ਸਮਝ ਕੇ ਮਤਲਬ ਜਿਹੜੀ ਉਹ ਗੱਲਬਾਤ ਜਾਂ ਉਹ ਕਮੈਂਟ ਉਹਨਾਂ ਦੇ ਖਿਲਾਫ ਕੀਤੇ ਸੀਗੇ। ਤੇ ਮੈਂ ਇਹਦੇ ਬਾਰੇ ਇੱਕ ਹੋਰ ਬੜੇ ਤੁਹਾਡੇ ਸਾਹਮਣੇ ਹੰਬਲ ਤਰੀਕੇ ਨਾਲ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਕਮੈਂਟ ਕੀਤੇ ਗਏ ਆ, ਜਿਹਦੇ 'ਚ ਇਹਨਾਂ ਨੇ ਮਤਲਬ 295 ਦਾ ਪਰਚਾ, 153 ਦਾ ਪਰਚਾ ਮੇਰੇ ਖਿਲਾਫ ਦਰਜ ਕਰ ਲਿਆ, ਉਹ ਮੈਂ ਦੱਸਣਾ ਚਾਹੁੰਦਾ ਕਿ ਹੁਣ ਬੋਲਣ ਦਾ ਅਧਿਕਾਰ ਵੀ ਮਤਲਬ ਜਿਹੜਾ ਹੈਗਾ ਇਹ ਸਰਕਾਰਾਂ ਸਾਡੇ ਤੋਂ ਖੋਹ ਲੈਣਗੀਆਂ। ਕੀ ਲਫ਼ਜ਼ ਬੋਲੇ ਗਏ, ਠੀਕ ਹੈ। ਉਹਦੇ ਵਿੱਚ ਇੱਕ ਕੰਜਰ ਲਫ਼ਜ਼ ਯੂਜ਼ ਕੀਤਾ ਗਿਆ, ਇੱਕ ਜ਼ਕਰੀਆ ਖਾਨ ਦਾ ਜ਼ਿਕਰ ਕੀਤਾ ਗਿਆ, ਠੀਕ ਹੈ, ਜਿਹਦਾ ਕਿ ਕਰੈਕਟਰ ਇੱਕ ਡਿਕਟੇਟਰ ਵਾਲਾ ਸੀਗਾ। ਫਿਰ ਕੁੱਤਾ ਕਹਿ ਦਿੱਤਾ ਗਿਆ, ਜਾਂ ਆਪਣੇ ਪੰਜਾਬੀ ਭਾਸ਼ਾ ਦੇ ਵਿੱਚ ਔਰ ਆਮ ਬੋਲਣ ਭਾਸ਼ਾ 'ਚ ਸਾਲਾ ਵੀ ਕਹਿ ਦਿੰਦੇ, ਜੋ ਮੈਂ ਇਹਦੇ ਵਿੱਚ ਨਹੀਂ ਕਿਹਾ। ਪਰ ਸੇਖੋਂ ਸਾਹਿਬ, ਜੇ ਕਿਸੇ ਚੀਜ਼ ਦਾ ਆਪਾਂ ਵਿਰੋਧ ਕਰਦੇ ਹਾਂ, ਉਸ ਭਾਸ਼ਾ ਦੀ ਵੀ ਕੋਈ ਮਰਿਆਦਾ ਹੁੰਦੀ ਹੈ। ਮੈਂ ਦੱਸਦਾ ਤੁਹਾਨੂੰ, ਮਰਿਆਦਾ ਦੀ ਗੱਲ ਕਰਦਾ ਵੀ ਮੈਂ ਇਹ ਇੱਕ ਕੁਐਸਚਨ ਕਰਨਾ ਚਾਹੁੰਦਾ ਤੁਹਾਡੇ ਥਰੂ ਵੀ ਪੰਜਾਬ ਦਾ ਕਿਹੜਾ ਵਸਿੰਦਾ ਹੈ ਜਿਸ ਨੇ ਆਪਣੀ ਮਾਂ ਤੋਂ ਕੰਜਰ ਜਾਂ ਮਤਲਬ ਇਸ ਤਰ੍ਹਾਂ ਦੇ ਲਫ਼ਜ਼ ਜਿਹੜੇ ਹੈਗੇ ਆ, ਕੁੱਤਾ ਜਾਂ ਮਤਲਬ ਇਸ ਤਰ੍ਹਾਂ ਦਾ ਵੀ ਤੂੰ ਮਾੜਾ, ਇਹ ਲਫ਼ਜ਼ ਨਾ ਸੁਣੇ ਹੋਣ। ਕੋਈ ਇੱਕ ਆਦਮੀ ਪੰਜਾਬ ਦਾ ਇਹ ਦੱਸੇ ਵੀ ਇਹ ਮਾਂ ਬੋਲੀ ਦਾ ਸਾਡੀ ਦਾ ਪਾਰਟ ਨਹੀਂ ਹੈ। ਰੂਟੀਨ ਦੇ ਵਿੱਚ ਇਸ ਤੋਂ ਵੀ ਲਫ਼ਜ਼ ਕੰਜਰ, ਸਾਲਾ ਕਹਿ ਦੇਣਾ, ਮਤਲਬ ਕੰਜਰ ਕਹਿ ਦੇਣਾ, ਇਹ ਤਾਂ ਇੱਕ ਸਾਡੀ ਪੰਜਾਬੀ ਭਾਸ਼ਾ ਦਾ ਆਮ ਉਹ ਹੈ ਜਿਹੜਾ ਕਿ ਸਾਡੇ ਮਾਂ-ਬਾਪ ਕੋਲੇ ਅਧਿਕਾਰ ਹੈ, ਠੀਕ ਹੈ। ਤੇ ਜੇ ਉਹ ਲਫ਼ਜ਼ ਮੈਂ ਇਹਨਾਂ ਨੂੰ ਕਹੇ, ਮਾਂ-ਬਾਪ ਨੇ ਇਹਨਾਂ ਨੂੰ ਦਿੱਤਾ ਜਨਮ, ਠੀਕ ਹੈ, ਉਹ ਅਧਿਕਾਰ ਰੱਖਦੇ ਇਹਨਾਂ ਨੂੰ ਕੰਜਰ ਕਹਿਣ ਦਾ ਜਾਂ ਇਹ ਚੀਜ਼ਾਂ ਕਹਿਣ ਦਾ, ਠੀਕ ਹੈ। ਮੈਂ ਕਿਉਂ ਰੱਖਦਾ? ਮੈਂ ਵੀ ਅਧਿਕਾਰ ਰੱਖਦਾ ਕਿਉਂਕਿ ਮੈਂ ਇਹਨਾਂ ਨੂੰ MLA ਦੇ ਤੌਰ ਤੇ ਬੀਇੰਗ ਏ ਵੋਟਰ, ਬੀਇੰਗ ਏ ਸਿਟੀਜ਼ਨ ਆਫ ਪੰਜਾਬ ਐਂਡ ਇੰਡੀਆ, ਮੈਂ ਵੋਟ ਕੀਤਾ। ਤਾਂ ਵੋਟ ਕਰਨ ਦੇ ਹਿਸਾਬ ਨਾਲ ਇਹ MLA ਬਣੇ ਹੈ ਜਾਂ ਕੁਝ ਹੋਰ ਬਣੇ ਹੈ, ਤਾਂ ਉਹਦਾ ਮਤਲਬ ਉਹ ਇੱਕ ਸਾਡੀ ਔਲਾਦ ਹੋ ਗਈ, ਠੀਕ ਹੈ। ਮੈਂ ਬੀਇੰਗ ਏ ਵੋਟਰ ਇਹਨਾਂ ਦਾ ਪਿਓ ਹੈ, ਠੀਕ ਹੈ। ਮੈਂ ਉਹ ਜਿਹੜਾ ਹੈ ਕਿ ਇੱਕ ਬਾਪ ਦਾ ਫਰਜ਼ ਹੈ ਉਹ ਆਪਣੀ ਔਲਾਦ ਨੂੰ ਜਿਹੜਾ ਤਾੜਨਾ ਹੁੰਦਾ, ਉਹ ਮੈਂ ਫਿਰ ਲਫ਼ਜ਼ ਯੂਜ਼ ਕੀਤੇ ਕਿ ਮਤਲਬ ਵੀ ਕੰਜਰੋ ਤੁਸੀਂ ਪੰਜਾਬ ਜਿਹੜਾ ਹੱਸਦਾ ਵਸਦਾ ਸੀਗਾ ਇਹਨੂੰ ਉਜਾੜ ਕੇ ਇੱਥੋਂ ਤੱਕ ਲਿਆਂਦਾ। ਇਹ ਲਫ਼ਜ਼ ਮੇਰੇ ਇਕੱਲੇ ਹਰਮਿੰਦਰ ਸਿੰਘ ਗਿੱਲ ਵਾਸਤੇ ਨਹੀਂ ਹੈ, ਇਹ ਜਿੰਨੇ ਵੀ ਇਲੈਕਟ ਹੋ ਕੇ ਅੱਜ ਤੱਕ ਆਏ ਆ ਲੋਕ ਜਿਹੜੇ, ਉਹਨਾਂ ਸਾਰਿਆਂ ਵਾਸਤੇ ਹੈ, ਠੀਕ ਹੈ। ਇਹਨਾਂ ਸਾਰਿਆਂ ਨੇ ਹੀ ਮਤਲਬ ਕੰਜਰਾਂ ਵਾਲਾ ਕੰਮ ਕਰਕੇ, ਜ਼ਕਰੀਆ ਖਾਨ ਵਾਲੇ ਕੰਮ ਕਰਕੇ ਪੰਜਾਬ ਨੂੰ ਹੱਸਦੇ ਵਸਦੇ ਨੂੰ ਉਜਾੜ ਕੇ ਅੱਜ ਇੱਥੇ ਲੈ ਜਾਂਦਾ। ਇਹ ਸਾਰੇ ਹੀ ਗੁਨਾਹਗਾਰ ਨੇ, ਤੇ ਸਭ ਤੋਂ ਵੱਡਾ ਗੁਨਾਹਗਾਰ ਅੱਜ ਦੇ ਦਿਨਾਂ ਵਿੱਚ ਜਿਹੜਾ ਇਸ ਸਰਕਾਰ ਨੂੰ ਹੈੱਡ ਕਰ ਰਿਹਾ, ਜਿਹਨੇ ਕਿ ਮੱਥੇ ਦੇ ਸਾਹਮਣੇ ਗੁਟਕਾ ਲਾਇਆ ਆਪਣੇ, ਠੀਕ ਹੈ, ਤੇ ਝੂਠੀ ਸਹੁੰ ਖਾਧੀ। ਫਿਰ 295 ਦਾ ਪਰਚਾ ਤਾਂ ਉਹਦੇ ਤੇ ਪਹਿਲਾਂ ਦਰਜ ਹੋਣਾ ਚਾਹੀਦਾ, ਤੇ ਮਤਲਬ ਇਹ 295 ਨੂੰ ਇਹਨਾਂ ਨੇ ਮਤਲਬ ਤਮਾਸ਼ਾ ਹੀ ਬਣਾ ਲਿਆ। 295 ਦੱਸੋ ਇਹਦੇ ਨਾਲ ਕਿਹੜੀ ਧਾਰਮਿਕ ਭਾਵਨਾਵਾਂ ਜਿਹੜੀ ਕਿ ਮਤਲਬ ਇੱਕ ਰੂਟੀਨ 'ਚ ਮਾਂ-ਬਾਪ ਵੀ ਗੱਲ ਕਰਦੇ ਆ, ਠੀਕ ਹੈ, ਤੇ ਉਹਦੇ ਕਹਿਣ ਤੇ ਮਤਲਬ ਉਸ ਲਫ਼ਜ਼ਾਂ ਦੇ ਤੇ ਮੇਰੇ ਖਿਲਾਫ ਇਹ ਕਾਰਵਾਈ ਕੀਤੀ ਗਈ। ਫਿਰ ਤਾਂ ਮੈਂ ਕਹਿੰਦਾ ਅੱਜ ਤੋਂ ਬਹੁਤ ਜਿਹੜਾ ਪੁਰਾਣਾ ਸਮਾਂ ਸੀ ਉਹ ਚੰਗਾ ਸੀ, ਜਦੋਂ ਬਾਬੇ ਨਾਨਕ ਹੋਰਾਂ ਨੇ, ਠੀਕ ਹੈ, ਬਾਬਰ ਦੇ ਰਾਜ ਦੇ ਵਿੱਚ ਰਾਜੇਸ਼ੀ ਮੁਕੱਦਮ ਕੁੱਤੇ ਕਿਹਾ, ਠੀਕ ਹੈ। ਉਦੋਂ ਤਾਂ ਫਿਰ ਮਤਲਬ ਉਹਨਾਂ ਦੀਆਂ ਜੇ ਇਸ ਤਰ੍ਹਾਂ ਦੀਆਂ ਸਰਕਾਰਾਂ ਉਦੋਂ ਹੁੰਦੀਆਂ, ਉਹਨਾਂ ਨੇ ਵੀ ਉਹਨਾਂ ਨੂੰ ਬਰਦਾਸ਼ਤ ਕੀਤਾ, ਆਨਰ ਕੀਤਾ। ਉਹਨਾਂ ਨੇ ਉੱਥੇ ਮੱਕੇ ਜਾ ਕੇ ਪੈਰ ਕਰਕੇ ਵੇਖੇ, ਉਹਨਾਂ ਨੇ ਹਰਿਦੁਆਰ ਜਾ ਕੇ ਮਤਲਬ ਉੱਥੇ ਆਪਣੇ ਪਾਣੀ ਪਾਇਆ ਦੂਜੇ ਪਾਸੇ, ਠੀਕ ਹੈ। ਇਸ ਨਾਲ ਤਾਂ ਚੰਗਾ ਸਮਾਂ ਉਸ ਟਾਈਮ ਸੀਗਾ ਕਿ ਲੋਕ ਆਪਣੀ ਆਵਾਜ਼ ਤਾਂ ਕਰ ਸਕਦੇ ਸੀ। ਹੁਣ ਇਹ ਬੋਲਣ ਦਾ ਅਧਿਕਾਰ ਵੀ ਸਾਡਾ ਖੋਣਾ ਚਾਹੁੰਦੇ ਆ। ਫਿਰ ਜੇ ਜ਼ਕਰੀਆ ਖਾਨ ਕੋਈ ਇੱਕ ਇਨਸਾਨ ਸੀ, ਉਹ ਵੀ ਉਹਦਾ ਕਰੈਕਟਰ ਨੂੰ ਕਰਦਾ ਕਿ ਜ਼ਾਲਮਾਨਾ ਕਰੈਕਟਰ ਸੀ, ਇਸ ਨਾਮ ਲਿਆ। ਜੇ ਇਹਨਾਂ ਨੂੰ ਜ਼ਕਰੀਆ ਖਾਨ ਨਹੀਂ ਚੰਗਾ ਲੱਗਦਾ, ਹੋਰ ਬੜੇ ਸੋਹਣੇ ਨਾਮ ਹੈਗੇ ਆ, ਹਿਟਲਰ ਹੈਗਾ, ਰਾਵਣ ਹੈਗੇ ਆ, ਠੀਕ ਹੈ, ਗੰਗੂ ਹੈਗਾ। ਸਾਡੇ ਉਦਾਹਰਨ ਜਿਹੜੀ ਮਤਲਬ ਸਾਡੇ ਆਪਣੇ ਸਿੱਖ ਇਤਿਹਾਸ ਦੀ ਜਿਹੜੀ ਮੁਖਬਰੀ ਤੇ ਬੱਚੇ ਤੇ ਮਾਤਾ ਸ਼ਹੀਦ ਹੋਏ, ਜਿਹੜਾ ਨਾਮ ਚੰਗਾ ਲੱਗਦਾ ਇਹ ਆਪਣਾ ਰੱਖ ਲੈਣ।
ਇਹ ਸਾਰੇ ਉਸ ਆਡੀਓ ਦੇ ਵਿੱਚ ਤੁਹਾਨੂੰ ਗਲਤ ਕੀ ਗੱਲ ਲੱਗੀ? ਕਿਉਂਕਿ ਐਮਐਲਏ ਸਾਹਿਬ ਨੇ ਉਹਦੇ ਵਿੱਚ ਬਰੀਫ ਕੀਤਾ ਹੈ ਕਿ ਜੇਕਰ ਮੈਂ ਉਹਦੇ ਵਿੱਚ ਕੋਈ ਗਲਤ ਕੀਤਾ ਹੈ ਤਾਂ ਉਹਦੇ ਤੇ ਕਾਰਵਾਈ ਕੀਤੀ ਜਾਵੇ, ਮੈਨੂੰ ਸਜ਼ਾ ਦਿੱਤੀ ਜਾਵੇ। ਉਹ ਬਿਲਕੁਲ ਸਿੱਧੀਆਂ ਦੋ ਧਾਰਾਂ ਉਹਦੇ ਤੇ ਲੱਗਦੀਆਂ। ਇੱਕ ਤਾਂ ਉਹਨੇ ਮਤਲਬ ਉਹਨੂੰ ਧਮਕਾ ਰਿਹਾ ਹੈ, ਠੀਕ ਹੈ, ਵੀ ਤੂੰ ਮਤਲਬ ਮੈਨੂੰ ਮਿਲਣ ਨਹੀਂ ਆਇਆ। ਮੈਨੂੰ ਇਹ ਦੱਸਿਆ ਜਾਵੇ ਕਿ ਕਿਹੜੀ ਸੰਸਦ ਦਾ ਕਾਨੂੰਨ, ਕਿਹੜੀ ਵਿਧਾਨ ਸਭਾ ਦਾ ਕਾਨੂੰਨ, ਕਿਹੜੀ ਸੰਵਿਧਾਨ ਦੀ ਧਾਰਾ ਜਾਂ ਕੋਈ ਹੋਰ ਕਾਨੂੰਨ ਜਿਹੜਾ ਕੋਈ ਇਹਨਾਂ ਨੂੰ ਅਧਿਕਾਰ ਦਿੰਦਾ ਹੋਵੇ ਕਿ ਐਸਐਚਓ ਕਟਸੀ ਕਾਲ ਕਰੇ। ਐਸਐਚਓ ਕਟਸੀ ਕਾਲ ਕਿਉਂ ਕਰੇ? ਇਹਨਾਂ ਨੂੰ ਰੀਜ਼ਨ ਕੀ ਹੈਗਾ? ਉਹ ਆਪਣੇ ਐਸਐਸਪੀ ਨੂੰ ਕਰੂਗਾ। ਇਹਨਾਂ ਨੂੰ ਕੋਈ ਦਿੱਕਤ ਹੈਗੀ ਹੈ ਐਸਐਸਪੀ ਨੂੰ ਗੱਲ ਕਰਨ ਜਾਂ ਆਪਣੇ ਸੀਐਮ ਨੂੰ ਜਾਂ ਆਪਣੇ ਜੋ ਪ੍ਰੋਟੋਕੋਲ ਇਹਨਾਂ ਦਾ ਬਣਦਾ ਉਹਦੇ ਮੁਤਾਬਕ ਗੱਲ ਕਰਨ। ਇਹ ਤਾਂ ਥਾਣੇ ਦਾ ਜਿਹੜਾ ਸਿਸਟਮ ਇਹਨਾਂ ਨੇ ਬਣਾ ਦਿੱਤਾ, ਹਲਕਾ ਇੰਚਾਰਜ ਦਾ ਸਿਸਟਮ ਜਿਹੜਾ ਬਣਾ ਦਿੱਤਾ, ਇਹ ਬਹੁਤ ਹੀ ਮਾੜਾ ਤੇ ਮੰਦਭਾਗੀ ਘਟਨਾ ਹੈ। ਇਹਦੇ ਨਾਲ ਜਿਹੜਾ ਸਾਰਾ ਸਿਸਟਮ ਹੈਗਾ ਬਿਲਕੁਲ ਪੁਲਿਸ ਦੀ ਫੰਕਸ਼ਨਿੰਗ ਹੈ ਜਿਹੜੀ ਖਤਮ ਹੋ ਚੁੱਕੀ ਹੈ, ਠੀਕ ਹੈ। ਜੋ ਵੀ ਉਹ ਕਰਨਾ ਚਾਹੁੰਦੇ ਆ ਉਹ ਮਤਲਬ ਹਰ ਗੱਲ ਦੇ ਵਿੱਚ ਰੋਕਿਆ ਜਾ ਰਿਹਾ। ਤੁਹਾਡੇ ਸਾਹਮਣੇ ਉਹਨੂੰ ਕਹਿ ਰਿਹਾ ਵੀ ਏਐਸਆਈ ਨੂੰ ਮੈਂ ਇਹ ਕਿਹਾ ਸੀਗਾ ਤੇ ਮਤਲਬ ਤੂੰ ਉਹਨੂੰ ਕਿਉਂ ਰੋਕ ਰਿਹਾ? ਤੇ ਫਿਰ ਤੁਸੀਂ, ਮੈਂ ਤਾਂ ਕਹਿੰਦਾ ਇਹਨਾਂ ਨੇ ਦੇਖੋ ਹਰੇਕ ਐਮਐਲਏ ਤੇ ਹਰੇਕ ਇਹਨਾਂ ਬੰਦਿਆਂ ਨੇ ਆਪਣੀਆਂ ਗੁੰਡਿਆਂ ਦੀਆਂ ਟੀਮਾਂ ਬਣਾਈਆਂ ਹੋਈਆਂ ਸਭ ਨੇ, ਤੇ ਥਾਣੇ ਵੀ ਪ੍ਰਾਈਵੇਟ ਕਰ ਲੈਣ, ਕੀ ਲੋੜ ਹੈ? ਕਾਹਦੇ ਵਾਸਤੇ ਲੋਕਾਂ ਦੇ ਬੱਚਿਆਂ ਨੂੰ ਜਾਂ ਮਤਲਬ ਸਾਡੇ ਵਰਗੇ ਬੰਦਿਆਂ ਨੂੰ ਇਹ ਮਤਲਬ ਇਹ ਕਰਦੇ ਆ? ਅਸਤੀਫੇ ਦੇਣਗੇ ਆਪਣੇ, ਮੈਨੂੰ ਤਾਂ ਲੱਗਦਾ ਲੋਕ ਖੜੇ ਹੋਣਗੇ, ਅਸੀਂ ਨਿਕਲਾਂਗੇ ਇਸ ਚੀਜ਼ ਦੇ ਵਿੱਚੋਂ ਤੇ ਆਪਣੇ ਥਾਣੇ ਆਪ ਬਣਾ ਲੈਣ, ਆਪਣੇ ਜਿਹੜੇ ਇਹਨਾਂ ਦੇ ਗੁੰਡੇ ਪਾਲੇ ਹੋਏ ਉਹਨੂੰ ਐਸਐਚਓ ਲਾ ਲਿਆ ਕਰਨ, ਜਿਹਨੂੰ ਮਰਜ਼ੀ ਕਰੀ ਜਾਇਆ ਕਰਨ। ਕੰਮ ਤਾਂ ਸਾਰਿਆਂ ਨੇ ਉਹ ਗਲਤੀ ਕਰਾਉਣੇ ਨਾ, ਫਿਰ ਪੁਲਿਸ ਨੂੰ ਵਿੱਚ ਕਿਉਂ ਬਣਾਉਂਦੇ ਆ? ਤੁਸੀਂ ਆਡੀਓ ਤੇ ਰਿਐਕਟ ਕੀਤਾ, ਤੁਹਾਡੀ ਵੀ ਸਭ ਤੋਂ ਪਹਿਲਾਂ ਜਦੋਂ ਤੁਸੀਂ ਸੁਰਖੀਆਂ 'ਚ ਆਏ ਤੁਹਾਡੀ ਵੀ ਆਡੀਓ ਹੀ ਵਾਇਰਲ ਹੋਈ ਸੀ ਮੰਤਰੀ ਆਸ਼ੂ ਦੇ ਨਾਲ। ਉਸ ਤੋਂ ਬਾਅਦ ਤੁਸੀਂ ਹੁਣ ਤੱਕ ਵਿਵਾਦਾਂ ਸਸਪੈਂਡ ਚੱਲ ਰਹੇ ਹੋ। ਤੁਹਾਨੂੰ ਲੱਗਿਆ ਨਹੀਂ ਕਿ ਜੇ ਹੁਣ ਇਸ ਆਡੀਓ ਦੇ ਮਾਮਲੇ ਦੇ ਵਿੱਚ ਬੋਲਿਆ ਤਾਂ ਮੇਰੇ ਤੇ ਹੋਰ ਕਾਰਵਾਈ ਹੋ ਸਕਦੀ ਹੈ, ਜਿਵੇਂ ਕਿ ਹੋ ਵੀ ਗਈ ਹੈ? ਜੇ ਇਨਸਾਫ ਨਹੀਂ ਦੇਣਗੇ ਤਾਂ ਇਹ ਲੜਾਈ ਮੈਂ ਜਾਰੀ ਰੱਖੂੰਗਾ। ਮੈਂ ਇਹਨਾਂ ਤੋਂ ਬਿਲਕੁਲ ਡਰਦਾ ਨਹੀਂ ਹੈਗਾ, ਠੀਕ ਹੈ। ਮੈਂ ਪਹਿਲਾਂ ਵੀ ਕਿਹਾ ਸੀਗਾ, ਠੀਕ ਹੈ, ਹੁਣ ਵੀ ਕਹਿੰਦਾ। ਮੈਂ ਇਹਨਾਂ ਨੇ ਮੇਰੇ ਤੇ ਕੇਸ ਰਜਿਸਟਰ ਕੀਤਾ, ਮੈਂ ਅੱਜ ਵੀ ਕਹਿੰਦਾ ਮੈਂ ਇਸ ਕੇਸ ਵਿੱਚ ਬੇਲ ਨਹੀਂ ਲਊਂਗਾ। ਮੈਨੂੰ ਜਦੋਂ ਮਰਜ਼ੀ ਅਰੈਸਟ ਕਰ ਲੈਣ, ਠੀਕ ਹੈ, ਮੈਂ ਘਰੇ ਅਵੇਲੇਬਲ ਹਾਂ। ਮੈਂ ਤੁਹਾਡੇ ਥਰੂ ਇਹ ਅਪੀਲ ਕਰਦਾ ਕਿ ਮਤਲਬ ਘੱਟੋ ਘੱਟ ਮੈਨੂੰ ਮੇਰੇ ਤੇ ਰੇਡ ਕਰਕੇ ਜਲੀਲ ਨਾ ਕੀਤਾ ਜਾਵੇ। ਮੈਨੂੰ ਟੈਲੀਫੋਨ ਕਰੋ, ਮੈਨੂੰ ਜਿੱਥੇ ਕਹੋਗੇ ਮੈਂ ਉੱਥੇ ਜਾ ਕੇ ਹਾਜ਼ਰ ਹੋ ਜਾਊਂਗਾ। ਮੈਨੂੰ ਜੇਲ੍ਹ ਭੇਜਣ, ਮੈਨੂੰ ਕੋਈ ਦਿੱਕਤ ਨਹੀਂ। ਪਰ ਉਸ ਤੋਂ ਪਹਿਲਾਂ ਮੇਰਾ ਇੱਕ ਕੁਐਸਚਨ ਹੈ ਕਿ ਐਮਐਲਏ ਬੈਂਸ ਦੇ ਖਿਲਾਫ ਜਿਹਦੀ ਕਿ ਜ਼ਮਾਨਤ ਵੀ ਰਿਜੈਕਟ ਹੋਈ ਹੈ, ਠੀਕ ਹੈ, ਉਹਨੂੰ ਅੱਜ ਤੱਕ ਕਿਸੇ ਨੇ ਜੇਲ੍ਹ ਨਹੀਂ ਭੇਜਿਆ, ਠੀਕ ਹੈ। ਉਹ ਕਿਹੜੇ ਕਾਨੂੰਨ ਦੇ ਤਹਿਤ ਬਾਹਰ ਹੈ? ਅਜੇ ਮੰਤਰੀ ਆਸ਼ੂ ਦੇ ਕੇਸ ਜਿਹੜੇ ਹੈਗੇ ਆ, ਇਹਨੂੰ ਵੀ ਚਲਾਣਾ ਸਵੇਰੇ ਕਰਕੇ ਅੰਦਰ ਦਿੱਤਾ ਜਾ ਸਕਦਾ ਹੈ। ਚਲੋ ਪਾਰਟ ਆਫ ਇਨਕੁਆਇਰੀ ਆਪਾਂ ਉਹਨੂੰ ਪਾਸੇ ਕਰ ਦਿੰਦੇ ਹਾਂ। ਐਮਐਲਏ ਬੈਂਸ ਜਿਹੜਾ ਹੈਗਾ ਉਹ ਕਿਸ ਕਾਰਨ ਕਰਕੇ ਬਾਹਰ ਖੁੱਲ੍ਹਾ ਛੱਡਿਆ ਹੋਇਆ ਇਹਨਾਂ ਨੇ? ਮੇਰਾ ਇੱਕੋ ਇੱਕ ਕੁਐਸਚਨ ਹੈਗਾ, ਉਹਨੂੰ ਪਹਿਲਾਂ ਫੜ ਕੇ ਅੰਦਰ ਦਿਓ ਫਿਰ ਮੈਨੂੰ ਦਿਓ। ਤੇ ਜੇ ਮੈਨੂੰ ਪਹਿਲਾਂ ਅੰਦਰ ਦਿੱਤਾ ਤਾਂ ਫਿਰ ਇਹਦਾ ਨਤੀਜੇ ਜਿਹੜੇ ਭੁਗਤਣਗੇ ਉਹ ਮਤਲਬ ਇਹਨਾਂ ਨੇ ਸੋਚੇ ਵੀ ਨਹੀਂ ਹੋਣਗੇ ਕਿ ਕੋਈ ਮਤਲਬ ਜੇ ਕੋਈ ਐਮਐਲਏ ਬਣ ਗਿਆ ਜਾਂ ਕੋਈ ਹੁਣ ਐਮਐਲਏ ਬਣ ਕੇ ਕੀ ਤੁਸੀਂ ਕਾਨੂੰਨ ਤੋਂ ਉੱਪਰ ਹੋ ਜਾਂਦੇ ਹੋ? ਐਮਐਲਏ ਬਣ ਕੇ ਤੁਹਾਨੂੰ ਹੁੰਦਾ ਤੁਸੀਂ ਜੋ ਮਰਜ਼ੀ ਕਰੋ, ਤੁਹਾਨੂੰ ਕੋਈ ਪੁੱਛੇ ਹੀ ਨਾ। ਤਾਂ ਉਹ ਬੰਦਾ ਜਿਹੜਾ ਜਿਹਦੇ ਕੋਲ ਬੇਲ ਨਹੀਂ ਹੈਗੀ, ਠੀਕ ਹੈ, ਜਿਹਨੇ ਬੇਲ ਅਪਲਾਈ ਕੀਤੀ ਸੀ, ਠੀਕ ਹੈ, ਉਹਨੂੰ ਰਿਜੈਕਟ ਹੋਇਆ, ਉਹ ਹਾਈ ਕੋਰਟ ਨਹੀਂ ਗਿਆ, ਉਹ ਇਹਨਾਂ ਨੇ ਖੁੱਲ੍ਹਾ ਛੱਡਿਆ ਹੋਇਆ। ਖੁੱਲ੍ਹਾ ਕਿਉਂ ਛੱਡਿਆ ਹੋਇਆ? ਕਿਉਂਕਿ ਉਹਨੇ ਪਹਿਲਾਂ ਅਪੀਲ ਕਰਤੀ ਸੀਗੀ, ਜਿਹੜਾ ਸਿਟੀ ਸੈਂਟਰ 'ਚ ਕੇਸ ਦੇ ਵਿੱਚੋਂ ਇਹ ਬਰੀ ਹੋਏ ਕੈਪਟਨ ਸਾਹਿਬ, ਤੇ ਉਹ ਉਦੋਂ ਬਾਅਦ ਹਾਈ ਕੋਰਟ ਚਲਾ ਗਿਆ। ਹਾਈ ਕੋਰਟ ਤੋਂ ਆ ਜਾ ਕੇ ਉਦੋਂ ਬਾਅਦ ਉਹਦਾ ਮੂੰਹ ਬੰਦ ਕਰ ਦਿੱਤਾ ਗਿਆ, ਚੁੱਪ ਕਰ ਰਿਹਾ। ਹੁਣ ਉਹ ਇੰਜੋਏ ਕਰ ਰਿਹਾ ਸ਼ਰੇਆਮ ਖੁੱਲ੍ਹਾ। ਤੁਹਾਡੀ ਇਸ ਮਾਮਲੇ ਦੇ ਵਿੱਚ ਅਗਲੀ ਪਲੈਨਿੰਗ ਕੀ ਹੈ? ਕਿਉਂਕਿ ਜੇਕਰ ਤੁਹਾਡੀ ਗ੍ਰਿਫਤਾਰੀ ਹੁੰਦੀ ਹੈ, ਤੁਸੀਂ ਕਿਹਾ ਵੀ ਮੈਂ ਨਹੀਂ ਲੈਣੀ ਜ਼ਮਾਨਤ, ਤਾਂ ਫਿਰ ਤੁਹਾਡੀ ਅਗਲੀ ਪਲੈਨਿੰਗ ਕੀ ਹੈ? ਫਿਰ ਦੇਖਦੇ ਹਾਂ ਜੀ, ਉਹ ਤਾਂ ਹੁਣ ਅਰੈਸਟ ਕਰਨਗੇ ਤਾਂ ਫਿਰ ਉਹਦੇ ਬਾਅਦ ਕੁਝ ਚੀਜ਼ਾਂ ਦੀ ਪਲੈਨਿੰਗ ਕੀ ਹੈ। ਜੇ ਜੇਲ੍ਹ ਭੇਜਣਗੇ ਮੈਂ ਜ਼ਮਾਨਤ ਤਾਂ ਲਾਉਂਗਾ ਹੀ ਨਾ, ਪਰ ਮੈਂ ਕੋਈ ਰੇਪ ਦੇ ਮੁਲਜ਼ਮ ਨਹੀਂ ਹੈਗਾ, ਮੈਂ ਕੋਈ ਕਰਪਸ਼ਨ ਦਾ ਮੁਲਜ਼ਮ ਨਹੀਂ ਹੈਗਾ, ਠੀਕ ਹੈ। ਮੈਂ ਕੋਈ ਜਿਹੜੇ ਇਹਨਾਂ ਪੋਲੀਟੀਕਲ ਬੰਦਿਆਂ ਤੇ ਪਰਚੇ ਦਰਜ ਹੋਏ ਹੁੰਦੇ ਆ ਤੇ ਬੈਂਸਾਂ ਦੇ ਰੇਪ ਦੇ ਇਲਜ਼ਾਮ ਨੇ ਜਾਂ ਹੋਰ, ਮੈਂ ਇਹਨਾਂ ਚੀਜ਼ਾਂ ਦਾ ਤਾਂ ਹੈ ਨਹੀਂਗਾ। ਮੈਨੂੰ ਕੋਈ ਜੇਲ੍ਹ ਜਾਣ ਦੇ ਵਿੱਚ ਜਿਹੜੀ ਹੈਗੀ ਕੋਈ ਨਮੋਸ਼ੀ ਨਹੀਂ ਹੈਗੀ, ਠੀਕ ਹੈ। ਮੈਂ ਜੇਲ੍ਹ ਜਾਊਂਗਾ, ਉਦੋਂ ਬਾਅਦ ਰੂਟੀਨ ਦੇ ਵਿੱਚ ਜ਼ਮਾਨਤ ਲਾਊਂਗਾ, ਫਿਰ ਆ ਕੇ ਲੜਾਂਗੇ ਇਹਨਾਂ ਦੇ ਨਾਲ। ਜਦੋਂ ਇਹ ਧੱਕੇ ਨਾਲ ਲੜਾ ਹੀ ਰਹੇ ਆ, ਇਹਨਾਂ ਨੇ ਨੌਕਰੀ ਤਾਂ ਮੈਨੂੰ ਕਰ ਨਹੀਂ ਦਿੱਤੀ, ਠੀਕ ਹੈ, ਤੇ ਮੈਨੂੰ ਜਿਹੜੇ ਪਾਸੇ ਤੋਰਿਆ ਹੋਇਆ ਉਹਦੇ ਵਾਸਤੇ ਤਾਂ ਫਿਰ ਮੈਂ ਤਿਆਰ ਹਾਂ, ਮੈਂ ਲੜੂੰਗਾ। ਲੜਨ ਦੀ ਤੁਸੀਂ ਗੱਲ ਕਰ ਰਹੇ ਹੋ, ਲੜਾਈ ਤੁਸੀਂ ਬੜੀ ਲੰਬੀ ਲੜ ਰਹੇ ਹੋ। ਤੁਸੀਂ ਪਿਛਲੀ ਵਾਰ ਜਦੋਂ ਇੰਟਰਵਿਊ ਕੀਤੀ ਸੀ ਉਦੋਂ ਤੁਸੀਂ ਕਿਹਾ ਸੀ ਕਿ ਮੈਂ ਲੜਾਈ ਲੜਦਾ ਰਹੂੰਗਾ ਆਸ਼ੂ ਦੇ ਖਿਲਾਫ। ਉਹ ਲੜਾਈ ਕਿੱਥੇ ਹੈ? ਉਸ ਨੂੰ ਤਾਂ ਹਾਲੇ ਤੱਕ ਤੁਸੀਂ ਅੰਜਾਮ ਤੇ ਪਹੁੰਚਾ ਨਹੀਂ ਪਾਏ। ਫਿਰ ਤੁਸੀਂ ਬੈਂਸ ਦੇ ਖਿਲਾਫ ਲੜਾਈ ਸ਼ੁਰੂ ਕਰ ਲਈ, ਹੁਣ ਤੁਸੀਂ ਹਰਮਿੰਦਰ ਗਿੱਲ ਦੇ ਖਿਲਾਫ ਸ਼ੁਰੂ ਕਰ ਲਈ। ਕਿਸੇ ਨੂੰ ਅੰਜਾਮ ਤੱਕ ਪਹੁੰਚਾਓਗੇ ਕਿ ਸਿਰਫ ਇਲਜ਼ਾਮਾਂ ਤੱਕ ਹੀ ਰਹੋਗੇ? ਜਿੰਨਾ ਚਿਰ ਮੇਰੇ ਕੋਲ ਜਿੰਨੀ ਪਾਵਰ ਹੈ ਅੱਜ ਤਾਂ ਮੇਰੇ ਕੋਲ ਬੋਲਣ ਦੀ ਤਾਕਤ ਹੈ, ਠੀਕ ਹੈ, ਜੋ ਕਿ ਖੋੜ੍ਹਨੀ ਚਾਹੁੰਦੇ ਆ ਉਹ ਫਿਲਹਾਲ ਤਾਂ ਮਤਲਬ ਮੇਰੇ ਕੋਲ ਇਹ ਹੋਸ਼ ਤੋਂ ਵੱਡੀ ਕੋਈ ਤਾਕਤ ਨਹੀਂ ਹੈ। ਪਰ ਲੋਕਾਂ ਨੂੰ ਬਹੁਤ ਕੁਝ ਪਤਾ ਲੱਗ ਰਿਹਾ। ਇਹ ਲੜਾਈਆਂ ਇਹਨਾਂ ਨੂੰ ਬਹੁਤ ਮਹਿੰਗੀਆਂ ਪੈਣਗੀਆਂ, ਸਮਾਂ ਥੋੜਾ ਲੱਗੂਗਾ। ਹਮੇਸ਼ਾ ਜਦੋਂ ਕੋਈ ਚੀਜ਼ਾਂ ਇਸ ਤਰ੍ਹਾਂ ਦੀਆਂ ਉੱਠਣੀਆਂ ਉਹਨਾਂ ਨੂੰ ਪਹਿਲਾਂ ਤਕਲੀਫਾਂ ਵਿੱਚੋਂ ਨਿਕਲਣਾ ਪੈਂਦਾ। ਉਹ ਤਕਲੀਫਾਂ ਜਿਹੜੀਆਂ ਹੈਗੀਆਂ ਅਸੀਂ ਚੱਲ ਰਹੇ ਹਾਂ, ਮੈਂ ਮੈਂਟਲੀ ਵੀ ਚੱਲ ਰਿਹਾ, ਠੀਕ ਹੈ। ਮੈਂ ਬੜੀ ਵਾਰੀ ਅੱਗੇ ਵੀ ਕਹਿਣਾ ਹੁੰਦਾ, ਜਿਸ ਬੰਦੇ ਦੀ ਇਹ ਪੋਜੀਸ਼ਨ ਹੋਵੇ, ਉਹਦੀ ਨੌਕਰੀ ਖੋਲ੍ਹੀ ਹੋਵੇ, ਉਹਦੇ ਬੱਚਿਆਂ ਨੂੰ ਬਾਹਰ ਜਾਣਾ ਪਵੇ, ਉਹਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹੋਣ, ਠੀਕ ਹੈ, ਤੇ ਉਹ ਤੋਂ ਫਿਰ ਇਹ ਤਵੱਜੋ ਕਰਦੇ ਕਿ ਉਹ ਬੋਲਣ ਲੱਗਿਆ ਵੀ ਸੋਚ ਕੇ ਬੋਲੇ ਜਾਂ ਉਹਦੇ ਮੂੰਹ ਜਿਹੜੇ ਲਫ਼ਜ਼ ਫੁੱਲ ਕਰਦੇ ਹੋਣ, ਠੀਕ ਹੈ। ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਸੋਚਣਾ ਚਾਹੀਦਾ, ਮੇਰੀ ਪੋਜੀਸ਼ਨ 'ਤੇ ਹੋਣਾ ਚਾਹੀਦਾ, ਠੀਕ ਹੈ। ਮੈਂ ਬਹੁਤ ਦੇਰ ਤੋਂ ਪ੍ਰੈਸ਼ਰ ਦੇ ਵਿੱਚ ਹੈਗਾ, ਪਰ ਮੈਂ ਮਾਨਸਿਕ ਸੰਤੁਲਨ ਮੇਰਾ ਠੀਕ ਹੈ। ਮੈਂ ਕਹਿੰਦਾ ਠੀਕ ਹੈ, ਜੇ ਲੋੜ ਹੈ ਮੈਂ ਮੈਡੀਸਨ ਵੀ ਲੈਣਾ, ਮੈਂ ਡਾਕਟਰ ਕੋਲ ਵੀ ਜਾਣਾ, ਪਰ ਮਤਲਬ ਇਹਨਾਂ ਦੀ ਲੜਾਈ ਜਿਹੜੇ ਇਹ ਲੜਨ ਵਾਸਤੇ ਮੈਂ ਬਿਲਕੁਲ ਤੰਦਰੁਸਤ ਹਾਂ ਔਰ ਬਿਲਕੁਲ ਦੂਰ ਤੱਕ ਲੈ ਕੇ ਜਾਊਂਗਾ ਇਸ ਲੜਾਈ। ਇਸ ਮਾਮਲੇ ਦੇ ਵਿੱਚ ਜਿਹੜੀ ਤੁਸੀਂ ਪੋਸਟ ਲਿਖੀ ਸੀ ਉਹਦੇ ਵਿੱਚ ਡੀਜੀਪੀ ਸਾਹਿਬ ਨੂੰ ਵੀ ਤੁਸੀਂ ਨਿਸ਼ਾਨੇ ਤੇ ਲਿਆ, ਉਹਦਾ ਦੀ ਕੀ ਕਸੂਰ ਸੀ ਇਸ ਮਾਮਲੇ ਦੇ ਵਿੱਚ? ਕਸੂਰ ਦੀ ਗੱਲ ਨਹੀਂ ਹੈ। ਜੇ ਪੁਲਿਸ ਅਫਸਰ ਆਪਣੀਆਂ ਕੁਰਸੀਆਂ ਨੂੰ ਪਿਆਰ ਕਰਨਾ ਛੱਡ ਦੇਣ, ਠੀਕ ਹੈ, ਡੀਜੀਪੀ ਲੱਗੇ ਹੋਏ ਨਾ ਜਾਂ ਕੋਈ ਹੋਰ ਐਸਐਸਪੀ ਲੱਗੇ, ਕੀ ਨਾਰਾਜ਼ਗੀ? ਵੈਸੇ ਨਾਰਾਜ਼ਗੀ ਇਕੱਲਿਆਂ ਨਾਲ ਨਹੀਂ ਹੈ, ਉਹਨਾਂ ਬੰਦੇ ਨਾਲ ਨਾਰਾਜ਼ਗੀ ਜਿਹੜੇ ਆਪਣੇ ਸਿਸਟਮ ਨੂੰ ਬਚਾ ਨਹੀਂ ਸਕਦੇ। ਪੁਲਿਸ ਅਫਸਰ ਹੁੰਦੇ ਮਾਂ-ਬਾਪ,
ਡੀਜੀਪੀ ਹੈਗਾ ਬਾਪ ਇਸ ਟਾਈਮ ਸਾਡੀ ਫੋਰਸ ਦਾ, ਤੇ ਉਹ ਆਪਣੇ ਇੱਕ ਬੱਚੇ ਨੂੰ, ਠੀਕ ਹੈ, ਐਸਐਚਓ ਨੂੰ, ਇੱਕ ਡੀਐਸਪੀ ਨੂੰ, ਠੀਕ ਹੈ, ਇਹਨਾਂ ਗਲਤ ਬੰਦਿਆਂ ਤੋਂ ਜਿਹੜੇ ਕਿ ਸ਼ਰੇਆਮ ਪਤਾ ਹੈ, ਠੀਕ ਹੈ, ਮੇਰੇ ਖਿਲਾਫ ਜਾਨ ਤੋਂ ਮਾਰਨ ਦੀਆਂ ਧਮਕੀਆਂ, ਕਿੰਨਾ ਕੁਛ ਹੈਗਾ, ਉਹ ਮੁੰਡੇ ਨੂੰ ਕਿੰਨਾ ਗਲਤ ਬੋਲਿਆ, ਕੀ ਗੱਲ ਇਹਨਾਂ ਦੇ ਕੋਈ ਕਾਨੂੰਨ ਨਹੀਂ ਲੱਗਦਾ, ਠੀਕ ਹੈ, ਮੈਨੂੰ ਸਸਪੈਂਡ ਕਰ ਦਿੱਤਾ, ਮੇਰੇ ਖਿਲਾਫ ਇਨਕੁਆਇਰੀ ਬੜੀ ਫਾਸਟ ਚੱਲ ਰਹੀ ਹੈ। ਪਰ ਸੇਖੋ ਸਾਹਿਬ, ਇੱਕ ਮਿੰਟ ਪੂਰੀ ਸੁਣ ਲਓ, ਇਹਨਾਂ ਨੂੰ ਡਿਸਮਿਸ ਕਰਨ ਦੀ ਮੈਨੂੰ ਬਹੁਤ ਜਲਦੀ ਲੱਗੀ ਹੋਈ ਹੈ, ਠੀਕ ਹੈ, ਕਰੋਨਾ ਦੇ ਵਿੱਚ ਵੀ ਬੁਲਾਇਆ ਗਿਆ, ਹੁਣ ਵੀ ਮਤਲਬ ਮੈਨੂੰ ਬੁਲਾਇਆ ਜਾ ਰਿਹਾ, ਮੈਨੂੰ ਕੋਈ ਵਹੀਕਲ ਨਹੀਂ ਦਿੱਤਾ ਜਾ ਰਿਹਾ, ਇਹਨਾਂ ਨੇ 18 ਆਪਣੇ ਐਡਵਾਈਜ਼ਰ ਲਾ ਕੇ ਤੇ ਜਿਪਸੀਆਂ ਘੁੰਮਦੀਆਂ ਫਿਰਦੀਆਂ, ਹੂਟਰ ਮਾਰਦੀਆਂ, ਇਹਨਾਂ ਨੂੰ ਆਪਣੇ ਉਸ ਅਫਸਰ ਵਾਸਤੇ ਇਹਨਾਂ ਕੋਲ ਗੱਡੀ ਨਹੀਂ ਹੈਗੀ ਕਿ ਜਿਹਨੂੰ ਮਤਲਬ ਜਾਨ ਦਾ ਖਤਰਾ, ਜਿਹਨੇ 30 ਸਾਲ ਨੌਕਰੀ ਕੀਤੀ ਹੈ, ਪੰਜਾਬ ਦੀ ਸੇਵਾ ਕੀਤੀ ਹੈ। ਇਹ ਗੁੱਸਾ ਇਹਨਾਂ ਅਫਸਰਾਂ ਤੱਕ ਵੀ ਕਰਨ ਇਹਨਾਂ ਦੀ ਜੋ ਕਰਦੇ, ਘੱਟੋ ਘੱਟ ਆਪਣੇ ਅਫਸਰਾਂ ਦਾ ਵੀ ਧਿਆਨ ਕਰਨਾ, ਜੇ ਇਹਨਾਂ ਦੀ ਰੀਡ ਹੋਵੇ ਕੁਛ, ਠੀਕ ਹੈ, ਤੇ ਫਿਰ ਕਿਉਂ ਮਤਲਬ ਜੇ ਆਸ਼ੂ ਨੂੰ ਇਹ ਕਿਹਾ ਜਾਂਦਾ, ਠੀਕ ਹੈ, ਵੀ ਇਹ ਬਲਵਿੰਦਰ ਨੂੰ ਸਸਪੈਂਡ ਕਰਦੇ ਆ ਤੇ ਇਹਨੇ ਗਲਤ ਕੰਮ ਕੀਤਾ ਹੈ, ਪਰ ਜਿਹੜਾ ਤੂੰ ਬੋਲਿਆ ਇਹਦੇ ਖਿਲਾਫ ਤੇਰੇ ਪਰਚਾ ਦੇਣਾ ਬਣਦਾ ਹੀ ਹੈ। ਜੇ ਕਹਿੰਦੇ ਤੇ ਆਸ਼ੂ ਹੋਰੀ ਇੱਕ ਦੇ ਲੱਭ ਜਾਂਦੇ, ਇਹਨਾਂ ਤਾਂ ਚੱਡਿਆਂ 'ਚ ਪੂਛ ਲੈ ਕੇ ਵੜ ਜਾਣਾ ਸੀਗਾ, ਇਹ ਕੁਰਸੀ ਤੋਂ 1 ਮਿੰਟ ਨਹੀਂ ਪਾਸੇ ਹੋ ਸਕਦੇ। ਤਾਂ ਫਿਰ ਮੈਂ ਆਪਣੀ ਲਫ਼ਜ਼ਾਂ ਨੂੰ ਥੋੜਾ ਸੇਖੋ ਸਾਹਿਬ, ਜੇ ਤੁਹਾਡੇ ਵਾਲਾ ਮਾਮਲਾ ਆਪਾਂ ਪਾਸੇ ਰੱਖ ਦਈਏ, ਤੁਹਾਡੇ ਤੇ ਆਸ਼ੂ ਦੀ ਆਡੀਓ ਵਾਲਾ, ਕਿਉਂਕਿ ਤੁਸੀਂ ਤਾਂ ਉਸ ਮਾਮਲੇ ਦੇ ਵਿੱਚ ਤੁਸੀਂ ਲੜਾਈ ਲਗਾਤਾਰ ਲੜਦੇ ਆ ਰਹੇ ਹੋ, ਤਾਂ ਫਿਰ ਉਸ ਆਡੀਓ ਦੇ ਵਿੱਚ ਹਰਮਿੰਦਰ ਸਿੰਘ ਗਿੱਲ ਕਿੱਥੇ ਗਲਤ ਨੇ, ਜਦ ਕਿ ਮਾਫੀ ਐਸਐਚਓ ਮੰਗ ਰਿਹਾ, ਸੌਰੀ ਉਹਨੂੰ ਕਹਿ ਰਿਹਾ। ਜੇਕਰ ਐਮਐਲਏ ਸਾਹਿਬ ਕਿਸੇ ਗੱਲ ਤੇ ਗਲਤ ਸੀ ਤਾਂ ਉਹਨਾਂ ਨੇ ਐਸਐਚਓ ਨੇ ਅੱਗੇ ਵਰਜਿਆ ਕਿਉਂ ਨਹੀਂ ਉਹਨਾਂ ਨੂੰ? ਨਾ ਕੁਝ ਵੀ ਨਹੀਂ ਕਸੂਰ ਉਹ ਮੁੰਡੇ ਦਾ, ਤਾਂ ਉਹ ਤਾਂ ਪਰਸੋਂ ਕਹਿ ਰਿਹਾ ਵੀ ਮੈਂ ਪਰਸੋਂ ਲੱਗਿਆ, ਫਿਰ ਉਹਨੂੰ ਸੌਰੀ ਕਹਿਣ ਦੀ ਇੱਕ ਦਿਨ ਛੱਡ ਕੇ। ਨਵਾਂ ਮੁੰਡਾ ਹੈਗਾ, ਡਰਦੇ ਯਾਰ, ਠੀਕ ਹੈ, ਸੌਰੀ ਤਾਂ ਮੈਂ ਵੀ ਜਦੋਂ ਆਸ਼ੂ ਨਾਲ ਗੱਲ ਕੀਤੀ ਸੀ, ਮੈਂ ਉਹਨੂੰ ਕੋਈ ਮਾੜੀ ਗੱਲ ਕੀਤੀ ਸੀ? ਮੈਂ ਉਹਦੇ ਨਾਲ ਬੜੇ ਬਲਕਿ ਸਰ ਕਰਦਾ ਰਿਹਾ, ਉਹ ਆਪਣੀ ਉਹ ਕਰਦਾ ਰਿਹਾ, ਸੇਮ ਇਹਨੇ ਕੀਤੀ ਹੈ, ਉਹਦੇ ਕੰਮ 'ਚ ਵਿਘਨ ਪਾ ਰਿਹਾ, ਉਹਨੂੰ ਧਮਕਾ ਰਿਹਾ, ਤੂੰ ਮਿਲਣ ਨਹੀਂ ਆਇਆ, ਐਸਐਚਓ ਐਂ ਹੁਣ ਚੱਲਦਾ, ਐਸਐਚਓ ਨਹੀਂ ਚੱਲਦਾ। ਤੁਸੀਂ ਤਾਂ ਹਲੇ ਵੀ ਲੜਾਈ ਲੜ ਰਹੇ ਹੋ, ਤਾਂ ਐਸਐਚਓ ਤਾਂ ਲੱਭਿਆ ਹੀ ਨਹੀਂ, ਪਤਾ ਨਹੀਂ ਕਿੱਥੇ। ਚਲੋ ਕੋਈ ਨਹੀਂ, ਉਹਦਾ ਆਪਣੀਆਂ ਗੁੱਸੇ ਦੀ ਮਜਬੂਰੀਆਂ ਹੋਣਗੀਆਂ, ਹਰ ਇੱਕ ਦਾ ਆਪਣਾ ਸਿਸਟਮ ਹੁੰਦਾ, ਕੋਈ ਮਤਲਬ ਹਰ ਤਰ੍ਹਾਂ ਦਾ ਮੈਂਟਲ ਲੈਵਲ ਮਤਲਬ ਹਰੇਕ ਦਾ ਉਹ ਨਹੀਂ ਹੁੰਦਾ, ਠੀਕ ਹੈ। ਮੈਂ ਤਾਂ ਜਿਹੜੇ ਲੜਾਈ ਲੜ ਰਿਹਾ ਤੁਹਾਡੇ ਸਾਹਮਣੇ ਹੀ ਆ, ਤੇ ਇਹ ਚੱਲਦੀ ਰਹਿਣੀ ਹੈ। ਮੈਂ ਬਾਕੀ ਗੱਲ ਇਹ ਹੈ ਕਿ ਹੁਣ 295 ਨੂੰ ਇਹਨਾਂ ਨੇ ਬਿਲਕੁਲ ਮਾਹੌਲ ਬਣਾ ਲਿਆ, ਠੀਕ ਹੈ। ਹੋਰ ਵੀ ਪਿਛਲੇ ਸਮੇਂ 'ਚ ਇਹਨਾਂ ਨੇ 295 ਲੋਕਾਂ ਦੀ ਲਾਈਆਂ, ਇੱਕ ਵਕੀਲ ਹੈ ਕੁੜੀ ਸਿਮਰਨ, ਉਹਦੇ ਤੇ ਪਿੱਛੇ ਲਾ ਕੇ ਜੇਲ੍ਹ 50 ਕੇ 55 ਦਿਨ ਉਹਨੂੰ ਜੇਲ੍ਹ ਦੇ ਵਿੱਚ ਛੱਡਿਆ। ਤਾਂ ਮੈਂ ਤੁਹਾਡੇ ਥਰੂ ਮਤਲਬ ਇੱਕ ਵਕੀਲ ਭਾਈਚਾਰੇ ਨੂੰ ਬੇਨਤੀ ਕਰਨੀ ਚਾਹੁੰਦਾ, ਇਹ ਬੜਾ ਸਟਰੋਂਗ ਇਹ ਭਾਈਚਾਰਾ ਹੈਗਾ, ਇਹਨਾਂ ਨੂੰ ਆਪ ਨੂੰ ਇਹਨਾਂ ਦੇ ਘਰ ਨੂੰ ਲੱਗੀ ਆ, ਉਹ ਕੁੜੀ ਇਹਨਾਂ ਦੀ ਧੀ ਹੈ, ਭੈਣ, ਠੀਕ ਹੈ, ਉਹਨੂੰ ਨਜਾਇਜ਼ 55 ਦਿਨ ਮਤਲਬ ਇਸ ਦਫਾ ਦੇ ਵਿੱਚ ਜਾਣਾ ਪਿਆ, ਠੀਕ ਹੈ। ਮੈਂ ਤਾਂ ਵੈਸੇ ਹੀ ਜਾਣ ਨੂੰ ਤਿਆਰ ਹਾਂ, ਜਦੋਂ ਮਰਜ਼ੀ ਮੈਨੂੰ ਫੜ ਲੈਣ, ਪਰ ਜੇ ਮਤਲਬ ਇਹ ਕੋਈ ਜ਼ਮੀਰ ਜਾਂ ਕੋਈ ਸਿਸਟਮ ਜਾਗਦਾ ਹੈ ਮਤਲਬ ਇਸ ਜਮਾਤ ਦਾ, ਬਹੁਤ ਹੀ ਮਤਲਬ ਤਗੜੇ ਲੋਕ ਨੇ, ਜੇ ਮਤਲਬ ਚੰਗਾ ਚਾਹੁੰਦੇ ਹੋਣ ਤਾਂ ਮਤਲਬ ਇਹ ਹਾਈ ਕੋਰਟ ਦੇ ਵਿੱਚ ਜਾਣਾ ਚਾਹੀਦਾ ਇਹਨਾਂ ਨੂੰ। 295 ਦੀ ਦੁਰਵਰਤੋਂ ਜਿਹੜੀਆਂ ਸਰਕਾਰਾਂ ਕਰਕੇ ਦਬਾਉਂਦੀਆਂ ਆਵਾਜ਼ਾਂ ਨੂੰ, ਠੀਕ ਹੈ, ਤਾਂ ਉਹ ਮਤਲਬ ਬਹੁਤ ਵੱਡੀ ਗੱਲ ਹੋਊਗੀ ਜੇ ਕਿਤੇ ਸਾਰੇ ਵਕੀਲ ਇਕੱਠੇ ਹੋ ਕੇ, ਜਿਹੜੇ ਵੀ ਚੰਗੇ ਨਾਮ ਹੈ, HC ਅਰੋੜਾ ਨੇ, ਰਾਜਵਿੰਦਰ ਬੈਂਸ ਨੇ, ਠੀਕ ਹੈ, ਹੋਰ ਬਹੁਤ ਨਵੇਂ ਵਕੀਲ ਨੇ, ਪਿੱਛੇ ਆਪਣੇ ਪ੍ਰਦੀਪ ਵਿਰਕ ਨੇ, ਜਿਹਨੇ ਮਤਲਬ ਕਿੰਨੇ ਵੱਡੀਆਂ ਪੈਰਵਾਈਆਂ ਕਰਕੇ ਮਤਲਬ ਇਹ ਆਪਣਾ ਕੇਸ ਲੜ ਰਹੇ ਆ। ਤਾਂ ਉਹਨਾਂ ਨੂੰ ਚਾਹੀਦਾ ਕਿ ਇਹ ਮਤਲਬ ਜਿਹੜੀ ਦੁਰਵਰਤੋਂ ਸਰਕਾਰ ਕਰ ਰਹੀ ਹੈ, ਇਹਨੂੰ ਮਤਲਬ ਇਹਦੇ ਖਿਲਾਫ ਜਾ ਕੇ ਇਹਨੂੰ ਹਾਈ ਕੋਰਟ ਦੇ ਵਿੱਚੋਂ ਕੋਈ ਨਾ ਕੋਈ ਸਟਰਕਚਰ ਪਾਸ ਕਰਵਾਓ। ਆਸ਼ੂ ਖਿਲਾਫ ਤਾਂ ਤੁਸੀਂ ਆਪਣੇ ਲਈ ਲੜ ਰਹੇ ਹੋ, ਤਾਂ ਹੁਣ ਕਿਸੇ ਦੇ ਮਾਮਲੇ ਦੇ ਵਿੱਚ ਪੈ ਕੇ ਤੁਸੀਂ ਆਪਣੇ ਆਪ ਨੂੰ ਖਤਰੇ 'ਚ ਕਿਉਂ ਪਾ ਰਹੇ ਹੋ? ਤੁਹਾਡੀ ਦੇਖੇ ਬਣਦੀ ਜਾ ਰਹੀ ਹੈ ਕਿ ਕਿਸੇ ਦੀ ਲੜਾਈ ਤੁਸੀਂ ਆਪਣੇ ਸਿਰ ਲੈ ਰਹੇ ਹੋ, ਅਜਿਹਾ ਤੁਹਾਨੂੰ ਕਰਨ ਦੀ ਕੀ ਲੋੜ ਪੈ ਗਈ ਹੈ? ਐਸੀ ਕੋਈ ਗੱਲ ਨਹੀਂ ਹੈ, ਇਹ ਲੜਾਈ ਕਿਸੇ ਦੀ ਨਹੀਂ ਹੈ। ਉਹ ਬੱਚਾ ਵੀ ਸਾਡਾ ਆਪਣਾ ਪਰਿਵਾਰ ਦਾ ਮੈਂਬਰ, ਮੈਂ ਇਹ ਨਹੀਂ ਕਹਿੰਦਾ ਕਿ ਇਕੱਲੇ ਪੁਲਿਸ ਹੀ ਸਾਡਾ ਪਰਿਵਾਰ ਹੈ, ਸਾਰੇ ਮੁਲਾਜ਼ਮ ਸਾਡਾ ਪਰਿਵਾਰ ਨੇ। ਹੁਣ ਆ ਕੀ ਹੋਇਆ, ਜਿਹੜੀ ਮੀਟਿੰਗ ਹੋਈ ਸੀ ਚੀਫ ਸੈਕਟਰੀ ਨੂੰ, ਇਹਨਾਂ ਨੇ ਜਦੋਂ ਉਹਨਾਂ ਨੇ ਇਲਜ਼ਾਮ ਲਗਾਏ ਉਹਦੇ ਤੇ ਵੀ 600 ਕਰੋੜ ਦਾ ਘਾਟਾ ਪੈ ਗਿਆ, ਰਾਜਾ ਵੜਿੰਗ ਕਹਿੰਦਾ ਵੀ ਇਸ ਚੀਫ ਸੈਕਟਰੀ ਦੀ ਅਗਵਾਈ ਦੇ ਵਿੱਚ, ਤਾਂ ਉਹ ਹੁਣ ਮੈਂ ਜਿਹੜੀ ਗੱਲ ਕਹਿ ਰਿਹਾ, ਮਤਲਬ ਮੈਂ ਅਥੈਂਟਿਕ ਕਹਿ ਰਿਹਾ, ਤੇ ਮੈਂ ਤੁਹਾਡੇ ਥਰੂ ਕਹਿ ਰਿਹਾ ਕਿ ਜਦੋਂ ਇਹ ਗੱਲ ਮਨਪ੍ਰੀਤ ਬਾਦਲ ਨੇ ਤੇ ਇਹਨਾਂ ਮੰਤਰੀਆਂ ਨੇ ਉਹਦੇ ਗਲ ਪਏ, ਠੀਕ ਹੈ, ਤਾਂ ਉਹਦਾ ਅੱਗੋਂ ਜਵਾਬ ਸੀ ਕਿ ਮਤਲਬ ਇਹ ਜਿਹੜਾ ਕੁਛ ਹੈਗਾ ਰੈਵਨਿਊ ਹੈ ਤੁਹਾਡੇ ਕੋਲ ਆਉਂਦਾ, ਮੇਰੇ ਕੋਲ ਨਹੀਂ ਹੈ। ਤੇ ਤੁਸੀਂ ਜਿਹੜੀ ਗੱਲਾਂ ਕਰਦੇ ਹੋ ਰਜਿਸਟਰ ਦੀਆਂ, ਕੀ ਮੈਂ ਤੁਹਾਨੂੰ ਦੱਸਾਂ ਕਿ ਜਿਹੜੇ ਤੁਸੀਂ ਸਾਰੇ ਮੰਤਰੀ ਇੱਥੇ ਬੈਠੇ ਹੋ, ਤੁਹਾਡੀਆਂ ਕਿੱਥੇ ਰਜਿਸਟਰ ਲੱਗੀਆਂ ਹੋਈਆਂ, ਕਿੱਥੇ ਤੁਹਾਡੀਆਂ ਬਲੂ ਲੈਵਲ ਤੇ ਸਕੌਚਾਂ ਦੀਆਂ ਮਤਲਬ ਤੁਸੀਂ ਨਜਾਇਜ਼ ਫੈਕਟਰੀਆਂ ਲਾ ਕੇ ਫਿਰ ਤੁਸੀਂ ਉਹ ਵੇਚ ਰਹੇ ਹੋ। ਮੈਂ ਦੱਸਾਂ ਇਸੇ ਬਾਰੇ? ਫਿਰ ਉਦੋਂ ਬਾਅਦ ਇਹ ਸਾਰੇ ਚੁੱਪ ਕਰ ਗਏ। ਇਹ ਕਲੀਅਰ ਕੱਟ ਹੈ, ਕੈਬਨਿਟ ਦੀ ਗੱਲ ਤੁਸੀਂ ਬਾਹਰ ਬਿਲਕੁਲ ਕਹਿ ਰਹੇ ਆ, ਮਤਲਬ ਸਰੇਆਮ ਦੱਸ ਰਹੇ ਆ, ਠੀਕ ਹੈ। ਜੇ ਝੂਠ ਹੈ ਤਾਂ ਕਰਨ ਅਵਤਾਰ ਕਹੇ ਦੱਸ ਦੇਣ ਤੁਹਾਡੇ ਸੈਕਟਰੀ ਸਾਹਿਬ ਹੈ ਵੀ ਇਹ ਗੱਲ ਨਹੀਂ ਹੋਈ ਤਾਂ, ਠੀਕ ਹੈ। ਇਹ ਮਨਪ੍ਰੀਤ ਬਾਦਲ ਹੋਰੀ ਦੇਣ ਬਿਆਨ ਵੀ ਨਹੀਂ ਹੋਏ, ਤੇ ਜੇ ਇਹਨਾਂ ਦੀ ਕੋਈ ਜ਼ਮੀਰ ਜਾਗਦੀ ਜਾਂ ਕਿਸੇ ਗੁਰੂ ਨੂੰ ਪੀਰ ਨੂੰ ਮੰਨਦੇ ਆ ਤਾਂ ਝੂਠ ਤਾਂ ਮਾਰਨਾ ਇਹਨਾਂ ਦਾ ਕੰਮ ਹੀ ਹੈ, ਮੁੱਕਰ ਜਾਣਗੇ। ਪਰ ਜੇ ਆਪਣੇ ਕਹਿਣ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਵੀ ਨਹੀਂ ਕਿਹਾ ਉਹਨੇ ਇਹ ਗੱਲ ਹੈ, ਆਪਣੀ ਲੜਾਈ ਤੋਂ ਤੁਸੀਂ ਪਾਸੇ ਹਟ ਕੇ ਕਿਸੇ ਦੀ ਲੜਾਈ ਤੋਂ ਵੀ ਪਾਸੇ ਹਟ ਕੇ ਹੁਣ ਸਿਆਸਤਦਾਨਾਂ ਦੇ ਉੱਪਰ ਤੁਸੀਂ ਟੁੱਟ ਪਏ ਹੋ। ਕਿਤੇ ਸਿਆਸਤ ਦੇ ਵਿੱਚ ਆਉਣ ਦਾ ਇਰਾਦਾ ਤਾਂ ਨਹੀਂ ਹੈ? ਸਿਆਸਤਦਾਨਾਂ ਦੀ ਗੱਲ ਸੁਣ ਲਓ ਜੀ, ਠੀਕ ਹੈ। ਹੁਣ ਫਿਰ ਤੁਸੀਂ ਕਹੋਗੇ ਸਾਰਿਆਂ ਦੀ ਗੱਲ। ਹੁਣ ਦੇਖੋ ਜਿਹੜੀ ਮਤਲਬ ਵਿਜੇ ਇੰਦਰ ਸਿੰਗਲਾ ਜਿਹੜਾ ਇਹਨਾਂ ਦਾ ਸਿੱਖਿਆ ਮੰਤਰੀ ਹੈ, ਸਿੱਖਿਆ ਮੰਤਰੀ ਨਾਲ, ਠੀਕ ਹੈ, ਉਹਨੇ ਸ਼ਰੇਆਮ ਭੈਣ ਦੀ ਗਾਲ ਕੱਢ ਕੇ ਮਤਲਬ ਉਹਨੂੰ DSP ਨੂੰ ਕਿਹਾ ਵੀ, ਠੀਕ ਹੈ, ਸਭ ਨੇ ਸੁਣਿਆ ਹੋਇਆ, ਉਹ ਜਿਹੜੀ ਵੀਡੀਓ ਸਾਰੀ ਦੁਨੀਆ ਨੇ ਵੇਖੀ ਹੈ। ਉਹਦੇ ਖਿਲਾਫ ਕੋਈ ਕਾਰਵਾਈ ਨਹੀਂ, ਮੇਰੇ ਵਾਲੇ ਕੇਸ ਵਿੱਚ ਕੋਈ ਕਾਰਵਾਈ ਨਹੀਂ। ਕੈਬਨਿਟ ਮੀਟਿੰਗ ਚੱਲ ਰਹੀ ਹੈ, ਕੈਪਟਨ ਸਾਹਿਬ ਹੈਡ ਕਰ ਰਹੇ ਆ, ਤੇ ਉਹਦੇ 'ਚ ਫੀਮ ਦੀ ਚਰਚਾ ਹੋ ਰਹੀ ਹੈ, ਠੀਕ ਹੈ, ਤੇ ਸਾਰੇ ਦੰਦ ਕੱਢ ਹੈਡ ਕਰ ਰਹੇ ਉੱਥੇ ਵੀ ਹਾਂ ਵੀ ਇੱਥੋਂ ਮਿਲਦੀ ਹੈ, ਰਾਜਸਥਾਨੋਂ ਲਿਆਂਦੀ ਹੈ, ਬਹੁਤ ਚੰਗੀ ਚੀਜ਼ ਹੁੰਦੀ ਹੈ, ਠੀਕ ਹੈ। ਤੇ ਇਹ ਤਾਂ ਕਿਰਦਾਰ ਹੈ ਇਹਨਾਂ ਦਾ। ਹੁਣ ਜੇ ਫਿਰ ਤਾਂ ਸਾਰਿਆਂ ਦਾ ਹੀ ਹੈ। ਹੁਣ ਮੈਂ ਜੇ ਤੁਸੀਂ ਬੁਲਾਓਗੇ ਮੈਨੂੰ ਤਾਂ ਸਾਰਿਆਂ ਦੇ ਖਿਲਾਫ ਵੀ ਬੋਲਣਾ ਪੈਣਾ, ਕਿਉਂਕਿ ਜੋ ਇਹ ਦਿਖਾਈ ਦੇ ਰਿਹਾ ਹੈ, ਆਫਟਰ ਆਲ ਅਸੀਂ ਤਾਂ ਮਤਲਬ ਵੋਟਰ ਹਾਂ। ਮੈਂ ਪਹਿਲਾਂ ਕਹਿ ਹਟਿਆ, ਅਸੀਂ ਬਾਪ ਹੈ ਇਹਨਾਂ ਦੇ, ਠੀਕ ਹੈ, ਅਸੀਂ ਪੁੱਛਾਂਗੇ
ਤੇ ਗੰਦੀ ਔਲਾਦ ਨੂੰ ਝੜਕਣਾ ਬਣਦਾ। ਤੇ ਗੰਦੀਆਂ ਔਲਾਦਾਂ ਹੈਗੀਆਂ, ਇਹਨਾਂ ਨੇ ਮਤਲਬ ਬਹੁਤ ਜ਼ਿਆਦਾ ਨੁਕਸਾਨ ਕੀਤਾ ਪੰਜਾਬ ਦਾ। ਕੋਲ ਆਉਣ ਵਾਲਾ ਸਮਾਂ ਪਰਮਾਤਮਾ ਲਿਆਊਗਾ ਜੋ ਇਹਨਾਂ ਤੋਂ ਛੁਟਕਾਰਾ ਹੋਊਗਾ। ਕੁਝ ਲੋਕ ਪੰਜਾਬ ਦੇ ਵਿੱਚ ਸ਼ਾਇਦ ਕੋਈ ਨਵੇਂ ਉੱਠਣਗੇ, ਠੀਕ ਹੈ, ਤੇ ਉਹ ਕੋਈ ਚੰਗਾ ਸਮਾਂ ਹੋਊਗਾ ਜਦੋਂ ਮਤਲਬ ਹੁਣ ਤੱਕ ਦੇ ਚੁਣੇ ਹੋਏ ਨੁਮਾਇੰਦਿਆਂ ਤੋਂ ਛੁਟਕਾਰਾ ਹੋਊਗਾ। ਤੁਸੀਂ ਸਾਰੇ ਲੀਡਰਾਂ ਤੇ ਨਾਰਾਜ਼ਗੀ ਜਤਾਈ ਜਾਂਦੇ ਹੋ ਤੇ ਵਾਰੋ-ਵਾਰੀ ਉਹ ਰਾਜ ਵੀ ਕਰੀ ਜਾਂਦੇ ਆ, ਤੇ ਫਿਰ ਸਹੀ ਕੌਣ ਹੈ? ਅਜੇ ਤੱਕ ਤਾਂ ਸਹੀ ਕੋਈ ਨਹੀਂ ਹੈਗਾ। ਜੇ ਸਹੀ ਤਾਂ ਮੈਂ ਤੁਹਾਨੂੰ ਪੁੱਛਦਾ ਵੀ ਤੁਸੀਂ ਯੰਗ ਹੋ, ਸਿਆਣੇ ਹੋ, ਸਮਝਦੇ ਹੋ, ਦੱਸੋ ਵੀ ਪਿਛਲੇ 70 ਸਾਲਾਂ ਤੋਂ ਜਦੋਂ ਦੀ ਆਜ਼ਾਦੀ ਆਈ ਹੈ ਇਹਨਾਂ ਵਾਰੀ ਨਾਮ ਬਦਲ ਕੇ ਇਹਨਾਂ ਨੇ ਸਰਕਾਰਾਂ ਨੇ ਰਾਜ ਕੀਤਾ ਹੈ। ਆਮ ਬੰਦਾ ਕਿੱਥੇ ਗਿਆ? ਠੀਕ ਹੈ, ਲੋਕ ਕਿੱਥੇ ਖੜੇ ਹੈਗੇ? ਆਹ ਕਰੋਨਾ ਦੇ ਵਿੱਚ ਇੱਥੋਂ ਦੀ ਨਵੀਆਂ ਕਰਤੂਤਾਂ ਤੁਹਾਨੂੰ ਦੱਸ ਦਿੰਦਾ, ਠੀਕ ਹੈ। ਮੇਰੇ ਕੋਲ ਤਾਂ ਪਤਾ ਨਹੀਂ ਕੀ ਕੁਛ ਇਹਨਾਂ ਦਾ ਇਕੱਠਾ ਹੋਇਆ ਹੋਇਆ। 70,000 ਟਨ ਜਿਹੜਾ ਮਤਲਬ ਰਾਸ਼ਨ ਆਇਆ ਸੀਗਾ ਸੈਂਟਰ ਤੋਂ, ਜਿਹਦਾ ਅੱਜ ਅਖਬਾਰ 'ਚ ਖਬਰ ਲੱਗੀ ਹੋਈ ਹੈ ਕਿ ਹੁਣ ਉਹਦੀ ਇਨਕੁਆਇਰੀ ਹੋ ਰਹੀ ਹੈ। ਆਹ ਮਾਣਯੋਗ ਆਸ਼ੂ ਜੀ ਦੇ ਮਤਲਬ ਡਿਪਾਰਟਮੈਂਟ ਦੇ ਵਿੱਚ ਇਹਨਾਂ ਨੇ 700 ਟਨ 1% ਵੰਡ ਕੇ ਬਾਕੀ ਨਿਬੇੜਤਾ ਕੰਮ, ਠੀਕ ਹੈ। ਉਹਦਾ ਰੌਲਾ ਪੈ ਗਿਆ। ਉੱਪਰੋਂ ਪਾਸਵਾਨ ਨੇ ਮਤਲਬ ਕਿਹਾ ਵੀ ਮਤਲਬ ਦੱਸੋ ਵੀ ਕੀ ਕੀਤਾ। ਇਹਨਾਂ ਨੇ ਇੱਕ ਮਤਲਬ ਵਰਬਲ ਹੁਕਮ ਜਾਰੀ ਕੀਤਾ ਕਿ ਜੇ ਮਤਲਬ ਜਿਹੜਾ ਡਿਪੂ ਹੋਲਡਰ ਹੈ ਉਹ ਹੀ ਅੰਗੂਠਾ ਲਾ ਸਕਦਾ ਹੈ, ਜਿਹੜਾ ਮਤਲਬ ਨੋਮੀਨੀ ਹੈ, ਜਿਹੜਾ ਅਨਾਜ ਦੇਣਾ ਕਰੋਨਾ ਹੈਗਾ, ਉਹ ਆਪਣਾ ਅੰਗੂਠਾ ਲੈ ਕੇ ਅਨਾਜ ਦੇਈ ਜਾਵੇ। ਤੇ 3 ਦਿਨਾਂ ਵਿੱਚ ਇਹਨਾਂ ਨੇ ਮਤਲਬ 70,000 ਟਨ ਅਨਾਜ ਵੰਡ ਦਿੱਤਾ 3 ਦਿਨਾਂ ਦੇ ਵਿੱਚ, ਕਿਉਂਕਿ ਅੰਗੂਠੇ ਲਾਉਣੇ ਸੀਗੇ, ਅੰਗੂਠੇ ਲਾਏ ਤੇ ਗੱਲ ਨਿਬੜ ਗਈ। ਫਿਰ ਰਹਿੰਦੀ ਖੁੰਦੀ ਲਾਸਟ ਚੱਲ ਰਹੀ ਹੈ, ਉਹ ਵੀ ਪੁਲਿਸ ਨੇ ਹੁਣ ਇੰਟਰਵਿਊ ਕਰ ਲਿਆ ਉਹਦੇ 'ਚ, ਪਰ ਪਤਾ ਨਹੀਂ ਕੋਈ ਹੋਊਗਾ ਕਿ ਨਹੀਂ ਹੋਊਗਾ। ਕਰੇਡ ਖਰੀਦੇ ਇਹਨਾਂ ਨੇ ਜਿਹੜੇ ਥੱਲੇ ਲੱਗਦੇ ਆ ਇਹਦੇ ਆਪਣੇ ਗੋਡਾਊਨਾਂ ਦੇ ਵਿੱਚ, ਉਹਦੇ 'ਚ ਸ਼ਰੇਆਮ ਹੇਰਾਫੇਰੀ ਹੈ, ਮਤਲਬ ਕਰੋੜਾਂ ਰੁਪਏ ਦਾ ਕਬਲਾ ਕੀਤਾ। ਮਤਲਬ ਅੱਤਵਾਦ ਕਰੋਨਾ ਦੇ ਟਾਈਮ 'ਚ ਦੁਨੀਆ ਜਦੋਂ ਮਰ ਰਹੀ ਹੈ, ਇਹਨਾਂ ਦੀ ਮਦਦ ਦੀ ਲੋੜ ਸੀ, ਠੀਕ ਹੈ। ਮੇਰੀ ਗੱਲ ਪੂਰੀ ਹੋਣ ਦੇ, ਮਤਲਬ ਇਹ ਦਾਨ ਮੰਗ ਰਹੇ ਆ, ਟੈਕਸ ਵੀ ਇਹ ਸਾਰਾ ਲੈ ਰਹੇ ਆ ਹਰ ਚੀਜ਼ ਦਾ, ਠੀਕ ਹੈ। ਉਦੋਂ ਬਲਵਿੰਦਰ ਹੋਰੀ ਕਹਿੰਦੇ ਹੁੰਦੇ, ਤੁਸੀਂ ਸੁਣਦੇ ਹੁੰਦੇ ਆ, ਜਿਹੜੇ ਕਹਿੰਦੇ ਸਵੇਰ ਤੋਂ ਸ਼ਾਮ ਤੱਕ ਅਸੀਂ ਟੈਕਸ ਭਰਦੇ ਹਾਂ। ਮੈਂ ਵੀ ਟੈਕਸ ਪੇਅਰ ਹਾਂ, ਮੇਰੀ ਵੀ ਤਨਖਾਹ ਦਿੰਦੇ ਹਾਂ ਅਸੀਂ। ਇਹ ਸਾਨੂੰ ਕੀ ਦੇ ਰਹੇ? ਜਦੋਂ ਮੁਸੀਬਤ ਪਈ CM ਫੰਡ, PM ਫੰਡ, ਠੀਕ ਹੈ, ਅਦਰਵਾਈਜ਼ ਮਤਲਬ ਅਸੀਂ ਟੈਕਸ ਦੇ ਰਹੇ ਹਾਂ। ਫਿਰ ਇਹ ਕੀ ਕਰ ਰਹੇ? ਫਿਰ ਮਤਲਬ ਇਹਨਾਂ ਦਾ ਫਿਰ ਕੰਮ ਕੀ ਹੈਗਾ? ਠੀਕ, ਸਿਰਫ ਇਹਨਾਂ ਦੀਆਂ ਪੈਨਸ਼ਨਾਂ, ਫਿਰ ਇਹਨਾਂ ਦੀ ਤਨਖਾਹਾਂ, ਠੀਕ ਹੈ। ਮੈਂ ਕਹਿੰਦਾ ਇਹਨਾਂ ਦੀ ਕੋਈ ਕੁਆਲੀਫਿਕੇਸ਼ਨ ਨਹੀਂ, ਠੀਕ ਹੈ। ਇਹਨਾਂ ਦੀ ਤਨਖਾਹ ਵੀ ਲੱਖਾਂ 'ਚ, ਇਹਨਾਂ ਦੀ ਪੈਨਸ਼ਨ ਵੀ ਲੱਖਾਂ 'ਚ, ਠੀਕ ਹੈ। ਔਰ 5-5, 8-8 ਪੈਨਸ਼ਨਾਂ। ਇਹਨਾਂ ਨੂੰ ਤਾਂ ਪੁੱਛਣ ਵਾਲਾ ਹੀ ਕੋਈ ਨਹੀਂਗਾ, ਠੀਕ ਹੈ। ਜੋ ਮਤਲਬ ਜ਼ੁਲਮ ਇਹਨਾਂ ਨੇ ਮਤਲਬ ਪੰਜਾਬ ਦੇ ਲੋਕਾਂ ਨਾਲ ਰਲ ਕੇ ਕੀਤਾ, ਜਿਹੜੇ ਹੁਣ ਤੱਕ ਦੇ ਪੋਲੀਟੀਸ਼ੀਅਨ ਨੇ, ਠੀਕ ਹੈ, ਉਹ ਜਿਹੜੇ ਮਰਜ਼ੀ ਵਿੱਚੋਂ ਆਪਦੇ ਆਪ ਨੂੰ ਚੰਗੇ ਚਿਹਰੇ ਬਣਾਉਂਦੇ ਫਿਰਦੇ ਹੋ। ਜਿਹੜਾ ਬੰਦਾ ਮਤਲਬ ਇਹ ਪਬਲਿਕ ਦੇ ਪੈਸੇ ਦੇ ਵਿੱਚੋਂ ਪੈਨਸ਼ਨਾਂ ਲੈ ਰਿਹਾ, ਤਨਖਾਹਾਂ ਲੈ ਰਿਹਾ, ਉਹ ਪੰਜਾਬ ਦਾ ਗੁਨਾਹਗਾਰ ਹੈ, ਜ਼ਕਰੀਆ ਖਾਨ ਹੈ, ਗੰਗੂ ਬਾਹਮਣ ਹੈ, ਰਾਵਣ ਹੈ, ਸਭ ਕੁਛ ਹੈਗਾ। ਵਾਰ-ਵਾਰ ਮੈਂ ਇਸ ਗੱਲ ਨੂੰ ਕਹੂੰਗਾ। ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਚੰਗਾ ਕਹਿੰਦੇ ਹੁੰਦੇ ਸੀ, ਹੁਣ ਤੁਹਾਡੀ ਉਹਨਾਂ ਬਾਰੇ ਕੀ ਰਾਏ ਹੈ? ਦੇਖੋ, ਹੁਣ ਤੱਕ ਤਾਂ ਮੈਂ ਪਿਛਲੀ ਵਾਰੀ ਵੀ ਕਿਹਾ ਸੀਗਾ ਕਿ ਉਮੀਦ ਲੱਗ ਸੀ ਕੁਛ ਉਹਦੇ ਕੋਲੋਂ, ਠੀਕ ਹੈ। ਪਰ ਜਿਹੜੀਆਂ ਹੁਣ ਚੱਲ ਰਹੀਆਂ, ਠੀਕ ਹੈ, ਜੋ ਉਹਨਾਂ ਨੇ ਪਿੱਛੇ ਜੇ ਬੋਲਿਆ ਬਣਾ ਕੇ, ਤੇ ਜਾਂ ਟਿਕਟੋਕ ਚੱਲ ਰਿਹਾ, ਤੇ ਉਹਦੇ 'ਚ ਹੁਣ ਮੈਂ ਇਹਦੇ ਬਾਰੇ ਕੀ ਕਹਿਣਾ, ਠੀਕ ਹੈ। ਦਿਖਾਈ ਦੇ ਜਾਂਦਾ ਕਿ ਕੋਈ ਉਮੀਦ ਵਾਲੀ ਕੋਈ ਲੱਗਦੀ ਨਹੀਂ ਉਹਦੇ ਕੋਲ। ਗੱਲ ਹੋਈ ਨਹੀਂ ਨਵਜੋਤ ਸਿੰਘ ਸਿੱਧੂ ਨਾਲ? ਨਹੀਂ ਜੀ, ਮੈਂ ਕੋਈ ਗੱਲ ਨਹੀਂ ਉਹਨਾਂ ਕੋਲ ਨਾਲ ਕਰਦਾ, ਠੀਕ ਹੈ। ਬਹੁਤ ਦੇਰ ਤੋਂ ਮਤਲਬ ਮੈਂ ਉਹਨਾਂ ਦੇ ਕਨੈਕਸ਼ਨ 'ਚ ਨਹੀਂ ਹੈਗਾ, ਕਿਉਂਕਿ ਜਦੋਂ ਉਮੀਦ ਹੀ ਨਹੀਂ ਕਿਸੇ ਤੋਂ, ਉੱਥੇ ਕੀ ਗੱਲ ਕਰਨੀ। ਤਾਂ ਅਗਲੀ ਪਲੈਨਿੰਗ ਹੁਣ ਕੀ ਹੈ ਤੁਹਾਡੀ? ਅਗਲੀ ਪਲੈਨਿੰਗ ਗਵਰਨਮੈਂਟ ਦੀ ਹੈ। ਜੇ ਤਾਂ ਮੈਨੂੰ ਇਹ ਪਹਿਲਾਂ ਅੰਦਰ ਭੇਜਣਗੇ ਬੈਂਸ ਸਾਹਿਬ ਤੋਂ, ਤਾਂ ਵੀ ਤਿਆਰ ਹਾਂ ਮੈਂ, ਠੀਕ ਹੈ। ਬੈਂਸ ਨਾਲ ਕੀ ਰੌਲਾ? ਬੈਂਸ ਦਾ ਰੌਲਾ ਇਹ ਹੈ ਕਿ ਬੈਂਸ ਨੂੰ ਅਸੀਂ ਜਾਣਦੇ ਹਾਂ। ਮੈਂ ਲੁਧਿਆਣੇ 'ਚ ਬੈਠਾ, ਆਸ਼ੂ ਤੇ ਬੈਂਸ ਦੋਨਾਂ ਨੂੰ ਅਸੀਂ ਜਾਣਦੇ ਹਾਂ। ਮੈਂ ਉੱਥੇ SHO ਰਿਹਾ, ਸਾਡੇ ਸਾਹਮਣੇ ਗਰੋ ਹੋਏ ਹੈ, ਠੀਕ ਹੈ। ਮੈਂ ਅੱਗੇ ਵੀ ਕਿਹਾ ਸੀ, ਮਤਲਬ ਹੁਣ ਵਾਰੀ ਇਹਨਾਂ ਨੂੰ ਕੀ ਕਹਿਣ ਵੀ ਇਹਨਾਂ ਦੇ ਪੂਰਾ ਪੋਟਾ ਮੈਂ ਜਾਣਦਾ। ਬੈਂਸ ਤਾਂ ਬਹੁਤ ਹੀ ਮਤਲਬ ਥੱਲੇ ਲੈਵਲ ਦੇ ਬੰਦੇ, ਤੇ ਉਹ ਸੋਚਦੇ ਕੱਲ੍ਹ ਨੂੰ ਅਸੀਂ ਪੰਜਾਬ ਦੇ ਲੀਡਰ ਬਣੀਏ। ਇਹ ਰੌਲਾ ਨਾਲ ਬੈਂਸਾਂ ਦੇ ਨਾਲ, ਰੇਪ ਦੇ ਉਹਨਾਂ ਦੇ ਇਲਜ਼ਾਮ, ਮੈਂ ਵਾਰ-ਵਾਰ ਕੀ ਉਹਨਾਂ ਚੀਜ਼ਾਂ ਨੂੰ ਹਰ ਵਾਰ, ਠੀਕ ਹੈ। ਤੇ ਉਹਨੂੰ ਅਰੈਸਟ ਕੀਤਾ ਨਹੀਂ ਜਾ ਰਿਹਾ। ਪਰ ਸਰਦਾਰਾ ਸਿੰਘ ਜੌਹਲ ਦੀ ਤੁਸੀਂ ਗੱਲ ਕਰਦੇ ਹੋ, ਉਹਨਾਂ ਦੀ ਕਾਫੀ ਤਾਰੀਫ ਤੁਸੀਂ ਕਰਦੇ ਹੋ। ਸਰਦਾਰਾ ਸਿੰਘ ਜੌਹਲ ਹੋਣਾ ਨੇ ਜਿਹੜੇ 3-4 ਲੀਡਰ ਲੀਡ ਕਰ ਸਕਦੇ ਆ, ਉਹਨਾਂ ਦੇ ਵਿੱਚ ਬੈਂਸ ਦਾ ਵੀ ਨਾਂ ਲਿਆ, ਕਿ ਉਹਨਾਂ ਨੂੰ ਨਹੀਂ ਪਤਾ ਬੈਂਸ ਬਾਰੇ? ਇਸ ਤਰ੍ਹਾਂ ਉਹ ਬਿਊਰੋਕਰੇਟ ਰਹੇ ਹੈ, ਬਹੁਤ ਨੇਕ ਇਨਸਾਨ ਨੇ, ਬਜ਼ੁਰਗ ਨੇ, ਬੜੀ ਵੱਡੀ ਉਹਨਾਂ ਦੀ ਉਮਰ ਦੀ ਯਾਤਰਾ ਹੈਗੀ ਹੈ, ਠੀਕ ਹੈ। ਬਹੁਤ ਅੱਛੀਆਂ ਜਗ੍ਹਾ ਤੇ ਰਹੇ ਹੈ। ਉਹਨਾਂ ਨੂੰ ਬੇਸਿਕ ਕਰੈਕਟਰ, ਕਈ ਵਾਰੀ ਕੁਝ ਲੋਕਾਂ ਨੂੰ ਮਤਲਬ ਵੇਖਣ ਦਾ ਫਰੇਮ ਹੋਰ ਹੁੰਦਾ ਉਹਨਾਂ ਦਾ, ਠੀਕ ਹੈ। ਬੜੇ ਚੰਗੇ ਤੇ ਮਤਲਬ ਅੱਜ ਦੀ ਡੇਟ ਵਿੱਚ ਜੇ ਪੰਜਾਬ ਵਿੱਚ ਕੋਈ ਚਿਹਰਾ ਵੱਜਦਾ ਤਾਂ ਸਰਦਾਰਾ ਸਿੰਘ ਦਾ ਹੀ ਵੱਜਦਾ, ਹੋਰ ਤਾਂ ਕੋਈ ਚਿਹਰਾ ਰਿਹਾ ਹੀ ਨਹੀਂ ਹੈਗਾ ਜਿਹਦੇ ਤੇ ਕੋਈ ਲੋਕ ਇਤਬਾਰ ਕਰ ਸਕਣ, ਜਾਂ ਕੋਈ ਮਤਲਬ ਮਾਣ ਕਰ ਸਕਣ, ਜਾਂ ਉਮੀਦ ਰੱਖ ਸਕਣ। ਤਾਂ ਉਹ ਮਤਲਬ ਜਿਹੜਾ ਹੈਗਾ, ਮਤਲਬ ਉਹ ਉਹਨਾਂ ਦੀ ਇਹ ਆਬਜ਼ਰਵੇਸ਼ਨ, ਚਲੋ ਉਹਨਾਂ ਦੇ ਧਿਆਨ 'ਚ ਹੋਊਗੀ ਜਾਂ ਨਹੀਂ, ਪਰ ਮਤਲਬ ਇਹਨਾਂ ਵਿੱਚੋਂ ਜਿਹੜੇ ਵੀ ਨਾਮ ਲਏ ਸੀ, ਇਹਨਾਂ 'ਚੋਂ ਇਹਨਾਂ ਦੀ ਇਹ ਨਹੀਂ ਕਿ ਮਤਲਬ ਇਹ ਲੀਡਰ ਸਾਰੇ ਆਪ ਬਣਨਾ ਚਾਹੁੰਦੇ, ਇਹ ਲੀਡਰ ਵੀ ਸਾਰੇ ਆਪ ਬਣਨਾ ਚਾਹੁੰਦੇ, ਤੇ ਇਹ ਵੀ ਨਹੀਂ ਚਾਹੁੰਦੇ ਕਿ ਮਤਲਬ ਕੋਈ ਮਤਲਬ ਹੋਰ ਉਹਦੇ ਵਿੱਚ ਮਤਲਬ ਕੋਈ ਹਾਵੀ ਹੋਵੇ। ਹੁਣ ਜਿਵੇਂ ਉਹਨਾਂ ਦੇ ਇੰਟਰਵਿਊ ਤੋਂ ਇੱਕ ਦਿਨ ਬਾਅਦ ਹੀ ਖਹਿਰਾ ਸਾਹਿਬ ਦੀ ਅਪੀਲ ਆਈ ਹੈ, ਠੀਕ ਹੈ, ਵੀ ਮੈਂ ਬਿਨਾਂ ਸ਼ਰਤ ਤਿਆਰ ਹਾਂ ਆਉਣ ਨੂੰ। ਹਾਂ, ਆਉਣ ਬਿਨਾਂ ਸ਼ਰਤ ਫਿਰ ਇਹ, ਠੀਕ ਹੈ। ਜੇ ਇਹਨਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਰਲ ਕੇ ਸਾਰਿਆਂ ਨੇ ਹੁਣ ਤੱਕ, ਠੀਕ ਹੈ, ਤੇ ਇਹ ਕਹਿਣ ਇਹ ਵੀ ਅਸੀਂ ਬਿਨਾਂ ਸ਼ਰਤ ਪਾਸੇ ਹੁੰਨੇ ਆ, ਤੁਸੀਂ ਨਵੇਂ ਬੰਦੇ ਲਿਆਓ ਤੇ ਦੇਖ ਲੈਣੇ, ਦੇਣ 5 ਸਾਲ ਮੌਕਾ ਪੰਜਾਬ ਦੇ ਲੋਕਾਂ ਨੂੰ। ਇੰਨੀ ਇਮਾਨਦਾਰੀ ਤਾਂ ਰੱਖਣ ਇਹ, ਠੀਕ ਹੈ, ਵੀ ਇਹਨਾਂ ਨੇ 70 ਸਾਲਾਂ 'ਚ ਜੇ ਤੋਂ ਕਹਾਣੀ ਨਹੀਂ ਸੁਤਾਈ, ਤੇ ਅੱਜ ਫਿਰ ਇਹ ਕਹਿੰਦੇ ਬਦਲ ਕੇ ਵੀ ਹੁਣ ਸਾਨੂੰ ਫਿਰ ਮੌਕਾ ਦਿਓ। ਅੱਜ ਅਸੀਂ ਇੱਧਰ ਇਕੱਠੇ ਹੋ ਜਾਂਦੇ, ਅੱਜ ਅਸੀਂ ਇੱਧਰ ਇਕੱਠੇ ਹੋ ਜਾਂਦੇ, ਠੀਕ ਹੈ, ਤੇ ਅਸੀਂ ਦੱਸਾਂਗੇ ਕੀ ਇਹਨਾਂ ਨੂੰ ਠੇਕਾ ਦੇ ਦਿੱਤਾ ਤੁਸੀਂ? ਇਹ ਕੋਈ ਪਰਮਿਟ ਹੈ ਵੀ ਇਹੀ ਬਣਨਗੇ MLA? ਕੋਈ ਹੋਰ ਨਹੀਂ ਬਣ ਸਕਦਾ, ਤੁਸੀਂ ਨਹੀਂ ਬਣ ਸਕਦੇ, ਮੈਂ ਨਹੀਂ ਬਣ ਸਕਦਾ, ਜਾਂ ਕੋਈ ਹੋਰ ਨਹੀਂ ਬਣ ਸਕਦਾ। ਕਿਹੜਾ ਲੈ ਕੇ ਇਹ ਤਾਂ ਪੜ੍ਹਾਈ ਦੀ ਵੀ ਉਹ ਹੈ ਨਹੀਂ ਇਹਨਾਂ ਕੋਲ ਤਾਂ, ਠੀਕ ਹੈ। ਤਨਖਾਹ
ਫੀਸਾਂ ਇਹਨਾਂ ਦੀਆਂ, ਪੈਨਸ਼ਨਾਂ ਇਹਨਾਂ ਦੀਆਂ, ਐਜੂਕੇਸ਼ਨ ਕੋਈ ਨਹੀਂ ਹੈ, ਠੀਕ ਹੈ। ਤੇ ਪੁਲਿਸ ਅਫਸਰ ਜਾਂ ਕੋਈ ਹੋਰ ਅਫਸਰ ਇੰਟਰਵਿਊ ਦੇਵੇ, ਕੰਪੀਟੀਸ਼ਨ ਰਵੇ, 30 ਸਾਲ ਨੌਕਰੀ ਕਰੇ ਤੇ ਇੱਕ ਪੈਨਸ਼ਨ ਪਿੱਛੇ ਲੜਾਈ ਲੜੇ। ਹੁਣ ਮੇਰੀ ਪੈਨਸ਼ਨ ਵੀ ਮਾਰਨ ਨੂੰ ਫਿਰਦੇ ਡਿਸਮਿਸ ਕਰਕੇ ਮੈਨੂੰ। ਤਾਂ ਇਹ ਮਤਲਬ ਪ੍ਰਮਾਤਮਾ ਦੇਖੂਗਾ ਕੁਝ ਚੀਜ਼ਾਂ ਨੂੰ। ਤੇ ਤੁਸੀਂ ਇਹ ਤੇ ਕੁਝ ਕਰ ਰਹੇ ਹੋ ਆਪਦੀ ਨੌਕਰੀ ਨੂੰ ਬਚਾਉਣ ਦੇ ਲਈ? ਨੌਕਰੀ ਨੂੰ ਬਚਾਉਣ ਵਾਸਤੇ ਮੈਂ ਟਰਾਈ ਕਰ ਰਿਹਾ ਜੀ ਆਪਦੀ, ਬਿਲਕੁਲ। ਕਿਉਂ ਮੈਨੂੰ ਨੌਕਰੀ ਦੀ ਲੋੜ ਹੈ। ਕੀ ਸਥਿਤੀ ਹੈ ਤੁਹਾਡੀ ਹੁਣ? ਇਹ ਇਨਕੁਆਇਰੀ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ ਜੀ ਮੇਰੀ, ਠੀਕ ਹੈ। ਮੇਰੇ ਕੋਲ ਕੋਈ ਵਹੀਕਲ ਵਗੈਰਾ ਵੀ ਨਹੀਂ ਹੈਗਾ, ਉਸ ਦੇ ਬਾਵਜੂਦ ਵੀ ਚਲੋ ਮੈਨੂੰ ਆਉਣਾ ਪੈਂਦਾ। ਜੇ ਨਹੀਂ ਆਊਂਗਾ ਤੇ ਐਕਸਪਰਟ ਕਰ ਦੇਣਗੇ। ਤਾਂ ਮੈਂ ਇਨਕੁਆਇਰੀ, ਮੈਂ ਹਾਈ ਕੋਰਟ 'ਚ ਵੀ ਗਿਆ ਹੋਇਆ ਸਸਪੈਂਸ਼ਨ ਦੇ ਖਿਲਾਫ। ਉਹ ਜਿਹੜੀ ਇਨਕੁਆਇਰੀ ਦਾ ਮੈਂ ਜਵਾਬ ਹੁਣ ਬਣਾ ਕੇ ਦੇਣਾ, ਤੇ ਉਹਦੇ ਵਿੱਚ ਮੈਂ ਹਾਈ ਕੋਰਟ ਨੂੰ ਵੀ ਜਾਊਂਗਾ ਤੇ ਕੋਸ਼ਿਸ਼ ਕਰੂੰਗਾ ਜੀ। ਕਿਉਂ ਨਹੀਂ, ਜੇ ਮੇਰੇ ਕੋਲ ਤਾਂ ਸਿਰਫ ਨੌਕਰੀ ਹੈ ਤੇ ਉਹਨੂੰ ਬਚਾਉਣ ਦੀ ਕੋਸ਼ਿਸ਼ ਮੈਂ ਕਿਉਂ ਨਹੀਂ ਕਰੂੰਗਾ। ਪਰ ਮੈਂ ਫਿਰ ਵੀ ਮਤਲਬ ਤੁਹਾਡੇ ਥਰੂ ਮਤਲਬ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਮਤਲਬ ਇਹਨਾਂ ਤੋਂ ਬਚੀਏ, ਠੀਕ ਹੈ। ਇਹਨਾਂ ਨੇ ਮਤਲਬ ਬਹੁਤ ਨੁਕਸਾਨ ਕਰਤਾ। ਇਹ ਗੱਲ ਤਾਂ ਦੂਜੇ ਪਾਸੇ ਚਲੀ ਜਾਂਦੀ ਕਿ ਪੋਲੀਟੀਕਲ ਗੱਲ ਕਰ ਰਹੇ ਹਾਂ, ਪਰ ਮੈਂ ਅਪੀਲ ਕਰ ਰਿਹਾ ਕਿ ਮਤਲਬ ਬਚੋ। ਇਹਨਾਂ ਨੇ ਮਤਲਬ ਸਾਡੇ ਮੁਲਕ ਦੇ ਵਿੱਚ ਕੁਝ ਨਹੀਂ ਛੱਡਿਆ, ਠੀਕ ਹੈ। ਆ ਇੱਕ ਚਿਹਰਾ ਜੇ ਇੱਕ ਬਚਦਾ ਹੈ ਤੇ ਉਹ ਜੇ ਮਤਲਬ ਕੋਈ ਚੰਗੇ ਲੋਕ ਨਵੇਂ ਲੋਕਾਂ ਦੇ ਵਿੱਚੋਂ, ਇਹਨਾਂ ਚੋਂ ਕਿਸੇ ਚੋਂ ਕੁਝ ਨਹੀਂ, ਜੇ ਲੋਕ ਅੱਗੇ ਆ ਜਾਣ, ਅਜੇ ਟਾਈਮ ਹੈਗਾ ਸਾਲ ਡੇਢ ਸਾਲ ਦਾ, ਠੀਕ ਹੈ। ਤੇ ਕੋਈ ਇੱਕ ਵਾਰੀ ਪੰਜਾਬ ਦੇ ਲੋਕਾਂ ਨੂੰ ਜੇ ਇਹ ਲੋਕ ਮੌਕਾ ਦੇ ਦੇਣ, ਜੋ ਕਿ ਇਹਨਾਂ ਨੇ ਦੇਣਾ ਨਹੀਂ ਹੈ, ਠੀਕ ਹੈ। ਇਹਨਾਂ ਨੇ ਸਭ ਨੇ ਗੇਮ ਖੇਡ ਕੇ ਉੱਥੇ ਕਮਾਉਣੀ ਹੈ ਵੀ ਇੱਧਰ ਇਕੱਠੇ ਹੋ ਗਏ ਜੀ, ਇੱਧਰ ਹੋ ਜਾਈਏ। ਤਾਂ ਇਹ ਨਕਾਰੇ ਹੋਏ ਲੀਡਰ ਜਿਹੜੇ ਹੈਗੇ ਆ, ਬਿਲਕੁਲ ਇਹਨਾਂ ਨੂੰ ਪਾਸੇ ਜਾਣਾ ਚਾਹੀਦਾ। ਇਹਨੂੰ ਸ਼ਰਮ ਕਰਨੀ ਚਾਹੀਦੀ ਹੈ ਵੀ ਹੁਣ ਇਹ ਜਿਹੜਾ ਪੰਜਾਬ ਹੈ ਇਹ ਬਿਲਕੁਲ ਆਖਰੀ ਸਾਹ ਤੇ ਛੱਡ ਕੇ ਕਿ ਡੈੱਡ ਬੋਡੀ ਹੈ। ਹੁਣ ਇਹਦੇ ਚੋਂ ਕੀ ਕੱਢਦੇ ਹੈ? ਖੂਨ ਵੀ ਖਾ ਲਿਆ, ਮਾਸ ਵੀ ਖਾ ਲਿਆ, ਅੱਖਾਂ ਉੱਖਾਂ ਰਹਿੰਦੀਆਂ ਮਾੜੀਆਂ ਮੋਟੀਆਂ। ਛੱਡ ਦਿਓ, ਮਾਫ ਕਰ ਦਿਓ ਪੰਜਾਬ ਨੂੰ। ਮੈਂ ਤਾਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਇਹਨਾਂ ਤੋਂ ਬਚੋ। ਇਹ ਤੁਹਾਨੂੰ ਬੈਕ ਤੇ ਭੇਡਾਂ ਬੱਕਰੀਆਂ ਕਹਿੰਦੇ ਆ, ਠੀਕ ਹੈ। ਔਰ ਆਪ ਇਹ ਬਘਿਆੜ ਨੇ, ਬਘਿਆੜਾਂ ਦਾ ਰੋਲ ਅਦਾ ਕਰਦੇ ਆ, ਠੀਕ ਹੈ। ਤਾਂ ਇਸ ਕਰਕੇ ਇਹ ਤਾਂ ਕਹਿੰਦੇ ਵੀ ਭੇਡਾਂ ਹੈ, ਪੈਸੇ ਦੇ ਦਿਆਂਗੇ ਟਾਈਮ ਦੇ ਸਿਰ, ਸ਼ਰਾਬ ਵੰਡ ਦਿਆਂਗੇ ਤੇ ਭੇਡਾਂ ਮਗਰ ਲੱਗ ਜਾਣਗੀਆਂ। ਤਾਂ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਭੇਡਾਂ ਨਾ ਬਣੋ, ਭੇਡਾਂ ਬੱਕਰੀਆਂ ਨਾ ਬਣੋ। ਇਹ ਬਘਿਆੜ ਨੇ, ਤੁਹਾਡਾ ਸਾਰਾ ਕੁਝ ਖਾ ਗਏ, ਤੁਹਾਡਾ ਖੂਨ ਵੀ ਫੇਗੇ, ਤੁਹਾਡਾ ਮਾਸ ਵੀ ਖਾ ਗਏ। ਇਹਨਾਂ ਤੋਂ ਬਚੋ। ਤੇ ਜੇ ਕੋਈ ਜਿਹੜੇ ਮਾਮਲਿਆਂ ਦੇ ਕਰਕੇ ਤੁਸੀਂ ਇਸ ਸਥਿਤੀ ਦੇ ਵਿੱਚ ਆ ਗਏ, ਜਿਹੜੇ ਮਾਮਲਿਆਂ ਦੇ ਕਰਕੇ ਤੁਸੀਂ ਡੀਐਸਪੀ ਸੇਖੋਂ ਤੋਂ ਸਸਪੈਂਡਡ ਡੀਐਸਪੀ ਹੋ ਗਏ, ਉਹ ਮਾਮਲੇ ਹੁਣ ਕਿੱਥੇ ਖੜੇ ਨੇ? ਆਸ਼ੂ ਵਾਲੇ ਮਾਮਲੇ ਜੋ ਉਹ ਜਿਹੜੀ ਮੇਰੀ ਇਨਕੁਆਇਰੀ ਉਹਦੇ ਖਿਲਾਫ ਸੀਗੀ, ਠੀਕ ਹੈ, ਉਹਦਾ ਐਜਿਟ ਦਾ ਕੋਈ ਸਟੇਟਸ ਨਹੀਂ, ਕੁਝ ਨਹੀਂ ਕੀਤਾ, ਠੀਕ ਹੈ, ਉਹਦੇ ਬਾਰੇ। ਤੇ ਜਿਹੜੀ ਮਤਲਬ ਜਿਹੜੇ ਮਾਮਲੇ ਤੁਸੀਂ ਪੁੱਛਦੇ ਹੋ, ਜਿਹੜੇ ਉਹਨਾਂ ਦੀ ਜਿਹੜੀ ਕਰਪਸ਼ਨ ਨਾਲ ਕੰਸਰਨ ਜਿਹੜੇ ਉਹ ਹਾਂ ਕੇਸਾਂ ਵਾਲੇ, ਹਾਂ ਉਹਦੇ ਵਿੱਚ ਵੇਖੋ ਜੀ, ਮੈਨੂੰ ਇਸ ਗੱਲ ਨੂੰ 20 ਠੀਕ ਹੈ, ਅੱਜ ਆਲਮੋਸਟ 3.5 ਮਹੀਨੇ ਹੋ ਗਏ ਐਪਲੀਕੇਸ਼ਨ ਦਿੱਤੀ ਜਿਹੜੀ। ਚਲੋ ਪਿੱਛੇ ਕਰੋਨਾ ਸੀਗਾ, ਮੈਂ ਨਹੀਂ ਉਹਦੀ ਵੈਰੀਫਾਈ ਕੀਤੀ। ਹੁਣ ਮੈਂ ਪੁੱਛੂੰਗਾ ਪਰ ਉਹਦੇ 'ਚ ਹੋਣਾ ਕੀ ਹੈ? ਉਹਦੇ 'ਚ ਜਦੋਂ ਕੈਪਟਨ ਸਾਹਿਬ ਨੇ ਕਲੀਨ ਚਿੱਟ ਦੇਤੀ ਘਰੇ ਬੈਠਿਆਂ ਨੇ, ਤੇ ਥੱਲੇ ਵਾਲਿਆਂ ਦੀ ਕੀ ਹਿੰਮਤ ਹੈਗੀ? ਉਹ ਤਾਂ ਮੈਨੂੰ ਸਮਝਾਉਂਦੇ ਵੀ ਤੂੰ ਇਹਨੂੰ ਵਾਪਸ ਲੈ ਲਾ, ਤੂੰ ਰਹਿਣ ਦੇ, ਤੇਰੀ ਨੌਕਰੀ ਹੈ, ਠੀਕ ਹੈ। ਨਾਲੇ ਤੁਸੀਂ ਕਹਿੰਦੇ ਸੀ ਨਾ ਵੀ ਜਿਹੜੇ ਹਿਸਾਬ ਨਾਲ ਇਨਕੁਆਇਰੀ ਹੋਈ ਹੈ ਤਾਂ ਉਸ ਹਿਸਾਬ ਦੇ ਨਾਲ ਆਸ਼ੂ ਬਚ ਨਹੀਂ ਸਕਦਾ। ਬਿਲਕੁਲ ਨਹੀਂ ਬਚ ਸਕਦਾ। ਮੈਂ ਕੰਪਲੇਂਟ ਕੀਤੀ, ਮੈਂ ਹਾਈ ਕੋਰਟ ਲੈ ਕੇ ਜਾਊਂਗਾ, ਇਸ ਨੂੰ ਹਾਈ ਕੋਰਟ ਲੈ ਕੇ ਜਾਊਂਗਾ। ਹਾਈ ਕੋਰਟ 1 ਮਿੰਟ ਦੇ ਵਿੱਚ ਇਹਦੇ ਵਿੱਚ ਐਕਸ਼ਨ ਲਊਗੀ। ਬਹੁਤ ਮਤਲਬ ਇੰਨੇ ਜ਼ਿਆਦਾ ਸਬੂਤ ਨੇ, ਉਹਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਪਰ ਸੇਖੋਂ ਸਾਹਿਬ, ਜੇ ਇਸ ਲੜਾਈ ਨੂੰ ਤੁਸੀਂ ਇੰਨੇ ਪਾਸੇ ਖਿਲਾਰ ਲਓਗੇ, ਜਿਵੇਂ ਤੁਸੀਂ ਕਿਤੇ ਹਰਮਿੰਦਰ ਗਿੱਲ ਦੇ ਖਿਲਾਫ ਚਲੇ ਜਾਂਦੇ ਹੋ, ਕਿਤੇ ਬੈਂਸ ਦੇ ਖਿਲਾਫ ਚਲੇ ਜਾਂਦੇ ਹੋ, ਕਿ ਤੁਸੀਂ ਆਪਣੀ ਲੜਾਈ ਤੇ ਫੋਕਸ ਕਰ ਪਾਓਗੇ? ਨਹੀਂ ਜੀ, ਕਾਮਨ ਲੜਾਈ, ਮੇਰੀ ਲੜਾਈ ਹੁਣ ਕੱਲੀ ਕਿੱਥੇ ਰਹਿ ਗਈ ਹੈ, ਠੀਕ ਹੈ। ਲੜਾਈ ਤਾਂ ਸਭ ਦੀ ਹੋ ਗਈ ਹੈ, ਠੀਕ ਹੈ। ਇਹ ਜੇ ਜਦੋਂ ਇਹ ਪਾਵਰ ਨਹੀਂ ਹੋਊਗੀ ਉਦੋਂ ਫਿਰ ਇਹ ਥੋੜਾ ਇਹ ਉਹਨਾਂ 'ਚ ਨਹੀਂ ਮਿਲਿਆ। ਹੁਣ ਜੇ ਆਸ਼ੂ ਪੈਸਾ ਇਕੱਠਾ ਕਰਕੇ, ਜੋ ਕਰਪਸ਼ਨ ਇਹਦੀ ਪਏ ਆ, ਠੀਕ ਹੈ, ਕਰੋੜਾਂ ਰੁਪਏ ਰੋਜ਼ ਦੇ ਇਕੱਠੇ ਕਰਕੇ, ਮਹੀਨੇ ਦੇ ਨਹੀਂ ਕਹਿੰਦਾ ਮੈਂ, ਰੋਜ਼ ਦੇ ਇਕੱਠੇ ਕਰਕੇ, ਠੀਕ ਹੈ, ਤੇ ਸਾਰੀ ਚੇਨ ਨੂੰ ਭਰ ਰਿਹਾ, ਸਪਲਾਈ ਕਰ ਰਿਹਾ ਆਪਦੀ ਨੂੰ, ਆਪਦੇ ਸੀਐਮ ਨੂੰ ਕਰ ਰਿਹਾ, ਆਪਦੇ ਦਿੱਲੀ ਵਾਲਿਆਂ ਨੂੰ ਕਰ ਰਿਹਾ, ਠੀਕ ਹੈ। ਤੇ ਉਹਦੇ ਕਰਕੇ ਉਹ ਬੈਠਾ। ਹੁਣ ਵੀ ਨਹੀਂ, ਮੈਨੂੰ ਲੱਗਦਾ ਮੰਤਰੀ ਮੰਡਲ ਜਦੋਂ ਬਦਲੂਗਾ, ਇਸ ਵਾਰ ਗੱਲ ਚੱਲ ਰਹੀ ਹੈ, ਇਹ ਆਸ਼ੂ ਫਿਰ ਨਹੀਂ ਬਦਲਿਆ ਜਾਊਗਾ, ਕਿਉਂਕਿ ਸਭ ਤੋਂ ਪਿਆਰਾ ਔਰ ਕਮਾਊ ਪੁੱਤ ਹੈ। ਇਸ ਕਰਕੇ ਮਤਲਬ ਆਉਣ ਵਾਲਾ ਸਮਾਂ ਹੀ ਕੋਈ ਲਿਆਊਗਾ, ਜਦੋਂ ਸਮਾਂ ਪਰਮਾਤਮਾ ਨਾਲ ਅੱਛਾ ਲਿਆਊਗਾ, ਉਦੋਂ ਵੀ ਇਹਨਾਂ ਦਾ ਹੋਊਗਾ, ਫਿਰ ਹਿਸਾਬ ਲਾਵਾਂਗੇ ਸਾਰੇ। ਬਿਲਕੁਲ, ਜੇ ਜ਼ਿੰਦਗੀ ਰਹੀ ਤਾਂ। ਜੇ ਇਹਨਾਂ ਨੇ ਹੁਣ ਕਿਤੇ ਮਰਵਾ ਮਰੂ ਦਿੱਤਾ ਤਾਂ ਫਿਰ ਕੀ ਕਹਿਣਾ? ਕਿਉਂ ਤੁਹਾਨੂੰ ਇਦਾਂ ਕਿਉਂ ਲੱਗਦਾ? ਕਿਉਂ ਨਹੀਂ ਲੱਗਦਾ? ਮੈਂ ਹਰ ਇੱਕ ਦੀ ਮਤਲਬ ਤਕਲੀਫ ਦੇ, ਹੁਣ ਮੇਰੀ ਜਿਹੜੀ ਅੱਜ ਦੀ ਇੰਟਰਵਿਊ ਹੈ ਤੇ ਇਹ ਤਾਂ ਸਭ ਵਾਸਤੇ, ਠੀਕ ਹੈ। ਤੇ ਇਸ ਕਰਕੇ ਸਾਰਿਆਂ ਦੀ ਜਿਹਨੂੰ ਤਕਲੀਫ ਹੋਵੇ, ਤੇ ਮੇਰੇ ਵਰਗਾ ਮਤਲਬ ਨਿਹੱਤਾ ਆਦਮੀ ਹੈ, ਉਹਨੂੰ ਕੀ ਔਖਾ? ਜੇ ਜੇਲ੍ਹ ਛੱਟ ਕੇ ਉੱਥੇ ਜ਼ਹਿਰ ਦਵਾ ਦੇਣ ਤਾਂ ਕੀ ਇਹਨੂੰ ਫਰਕ ਪੈਂਦਾ? ਹੋਰ ਕਰਵਾ ਗੁੰਡੇ ਬਦਮਾਸ਼ ਪਾਲੇ ਹੋਏ ਆ, ਕਿਸੇ ਤੋਂ ਸੱਟ ਮਰਵਾ ਦੇਣ, ਜੋ ਮਰਜ਼ੀ ਕਰ ਸਕਦੇ। ਪਰ ਕੋਈ ਨਹੀਂ, ਪਰਮਾਤਮਾ ਜੋ ਕਰੂਗਾ। ਆਖਰ ਦੇ ਵਿੱਚ ਜੇ ਤੁਹਾਡੇ ਮੌਜੂਦਾ ਹੁਣ ਮਾਮਲੇ ਦੀ ਗੱਲ ਕਰੀਏ, ਜਿਹੜਾ ਮਾਮਲਾ ਦਰਜ ਹੋਇਆ, ਉਸ ਦੇ ਵਿੱਚ ਤੁਹਾਨੂੰ ਕਾਲ ਕਰਕੇ ਤਰਨਤਾਰਨ ਪੁਲਿਸ ਦੇ ਵੱਲੋਂ ਕੋਈ ਜਾਣਕਾਰੀ ਦਿੱਤੀ ਗਈ ਹੈ? ਨਹੀਂ, ਤਰਨਤਾਰਨ ਪੁਲਿਸ ਵੱਲੋਂ ਮੈਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਕਿਉਂਕਿ ਇਹ ਜਿਹੜੀਆਂ ਧਾਰਾਵਾਂ ਮੇਰੇ ਤੇ ਲਾਗੂ ਹੀ ਨਹੀਂ ਹੁੰਦੀਆਂ। ਨਾ ਤਾਂ 295 ਇਹ ਹੁੰਦੀ ਹੈ, 295 ਇਹ ਹੈਗੀ ਹੈ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਕਰਨਾ। ਮੈਂ ਕੋਈ ਪਾਰਟੀਕੂਲਰ ਤਾਂ ਕਿਹਾ ਹੀ ਨਹੀਂਗਾ ਪੇਸ਼ ਹੋਣ ਵਾਸਤੇ ਜਾਂ ਗ੍ਰਿਫਤਾਰੀ ਕਰਾਉਣ ਵਾਸਤੇ। ਉਹ ਸ਼ਾਇਦ ਉਹਦਾ ਫਿਰ 153 ਲਾਈ ਆ। 153 ਦਾ ਮਤਲਬ ਹੁੰਦਾ ਦੋ ਫਿਰਕਿਆਂ ਦੇ ਵਿੱਚ ਮਤਲਬ ਪਾੜ ਪਾਉਣ ਦਾ ਯਤਨ ਕਰਨਾ। ਹੁਣ ਤੁਸੀਂ ਦੱਸ ਦਿਓ ਵੀ ਜਿਹੜੀ ਇਹ ਮੇਰੇ ਗੱਲ ਹੈ ਵੀ ਕਿਹੜੇ ਦੋ ਫਿਰਕਿਆਂ 'ਚ ਪਾੜ ਪਾਉਂਦੀ ਹੈ। ਤਾਂ ਮਤਲਬ ਇਹੋ ਜਿਹੀਆਂ ਧਾਰਾਂ ਲਾਈਆਂ ਜਿਹੜੀਆਂ ਕਿਤੇ ਸਟੈਂਡ ਹੀ ਨਹੀਂ ਕਰਦੀਆਂ, ਠੀਕ ਹੈ। ਤੇ ਸੋਚ ਰਹੇ ਹੋਣਗੇ ਮੈਨੂੰ ਲੱਗਦਾ, ਬਾਕੀ ਕੋਈ ਨਹੀਂ ਕਰ ਦੇਣਗੇ। ਫਿਰ ਕਿਹੜੇ ਨੂੰ ਪੁੱਛਣਾ ਕਿਸੇ ਨੇ?
ਪੁਲਿਸ ਨੇ ਪਰਚਾ ਦਰਜ ਕਰ ਦਿੱਤਾ, ਠੀਕ ਹੈ, ਕੱਲ ਨੂੰ ਮੈਂ ਬਰੀ ਵੀ ਹੋ ਜਾਂਦਾ ਤੇ ਠੀਕ ਹੈ, ਤੇ ਕਿਸੇ ਨੇ ਪੁੱਛਣਾ ਥੋੜਾ ਹੈਗਾ ਵੀ ਜਦੋਂ ਜਵਾਬਦੇਹੀ ਕੋਈ ਨਹੀਂ ਤਾਂ ਹੀ ਤਾਂ ਧੱਕੇ ਚੱਲਦੇ ਆ। ਜਵਾਬਦੇਹ ਹੀ ਬਣਾਉਣਾ ਸਮਾਂ ਜੇ ਕੋਈ ਬਦਲੂਗਾ ਤਾਂ ਇਹਨਾਂ ਤੋਂ ਜਵਾਬਦੇਹ ਬਣਾਇਆ ਜਾਊਗਾ। ਪੁਲਿਸ ਨੂੰ ਪੁਲਿਸ ਦਾ ਕੰਮ ਕਰਨ ਦਿੱਤਾ ਜਾਵੇ, ਪੋਲੀਟੀਸ਼ੀਅਨ ਦਾ ਕੰਮ ਕਰੇ। ਐਮਐਲਏ ਦਾ ਕੰਮ ਹੈ ਸੰਵਿਧਾਨ ਨੂੰ ਦੇਖਣਾ, ਉਹਦੇ ਵਿੱਚ ਵਿਧਾਨ ਸਭਾ 'ਚ ਕੰਮ ਕਰਨਾ। ਇਹ ਲਾ ਦੇ ਗੁੰਡਾਗਰਦੀ ਕਰਨ ਵਾਸਤੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ, ਇਹ ਕੋਈ ਤਰੀਕਾ ਥੋੜਾ ਹੈਗਾ। ਇਹਨਾਂ ਦਾ ਕੰਮ ਹੀ ਨਹੀਂ ਹੈਗਾ। ਇਹਨਾਂ ਦਾ ਤਾਂ ਲੈਜਿਸਲੇਟਰ ਦਾ ਕੰਮ ਹੀ ਨਹੀਂ ਹੈਗਾ ਮਤਲਬ ਪੁਲਿਸ ਦੇ ਕੰਮ 'ਚ ਦਖਲਅੰਦਾਜ਼ੀ ਕਰਨੀ ਜਾਂ ਐਡਮਿਨਿਸਟ੍ਰੇਟਰ। ਉਹ ਸੀਐਮ ਦਾ ਹੈਗਾ ਪ੍ਰੋਰੋਗੇਟਿਵ, ਉਹਨੇ ਕਿਹਨੇ ਲਾਉਣਾ ਤੇ ਉਹਨੇ ਦੇਖਣਾ, ਉਹਨਾਂ ਨੇ ਹਿਸਾਬ ਮੰਗਣਾ। ਇਹਨਾਂ ਨੂੰ ਜੇ ਕੋਈ ਤਕਲੀਫ ਤਾਂ ਉਹਨਾਂ ਨਾਲ ਗੱਲ ਕਰਨ। ਤੇ ਇਹ ਤਾਂ ਇਹਨਾਂ ਨੇ ਮਤਲਬ ਇੱਕ ਤਰੀਕਾ ਇਹ ਬਣਾ ਲਿਆ ਕਿ ਦੇਖੋ ਕਰਪਸ਼ਨ ਤਾਂ ਸਭ 'ਚ ਹੀ ਗਈ ਹੋਈ ਹੈ, ਹਰ ਕੋਈ ਕਰਪਟ ਹੈ ਇੱਥੇ। ਤਾਂ ਉਹਦੇ 'ਚ ਇਹ ਹੈ ਕਿ ਇੱਕ ਦੂਜੇ ਦੀ ਕਰਪਸ਼ਨ ਨੂੰ ਛੁਪਾਉਣ ਵਾਸਤੇ ਇੱਕ ਤਾਂ ਸਾਰੇ ਕਰਪਟਰਾਂ ਦੀ ਹੀ ਲੋੜ ਪੈਂਦੀ ਹੈ। ਤਾਂ ਇਹ ਮਤਲਬ ਜਿਹੜੇ ਥੱਲੇ ਵਾਲੇ ਹੁੰਦੇ ਆ ਇਹਨਾਂ ਨੂੰ ਉਨੀ ਕੁ ਕਰਪਸ਼ਨ ਕਰਨ ਦਾ ਮੌਕਾ ਦਿੰਦੇ ਆ ਤਾਂ ਕਿ ਇਹਨਾਂ ਦੇ ਮੂੰਹ ਲਿਬੜੇ ਦਿਖਾਈ ਦੇਣ। ਢਿੱਡ ਖਾਲੀ ਇਹਨਾਂ ਦੇ ਵੀ, ਇਹਨਾਂ ਨੂੰ ਢਿੱਡ ਨਹੀਂ ਇਹਨਾਂ ਦਾ ਭਰ ਦਿੰਦਾ ਕੋਈ, ਉੱਪਰਲੇ ਖੋਹ ਲੈਂਦੇ ਆ, ਸਭ ਕੁਝ ਇਹਨਾਂ ਤੋਂ ਕੋਲ ਖੋਇਆ। ਇਹ ਹਰਾਮ ਦਾ ਪੈਸਾ ਜਿਹੜਾ ਹੈਗਾ ਇਹ ਇੱਥੇ ਹੀ ਹੈਗਾ, ਇਹਨਾਂ ਦੇ ਮੂੰਹ ਲਿਬੜੇ ਹੋਏ, ਠੀਕ ਹੈ। ਤੇ ਰੱਜੇ ਤਾਂ ਜਿਹੜੇ ਹੈਗੇ ਆ ਉਹ ਬਸ ਥੋੜੇ ਹੀ ਆ, ਤਾਂ ਤੁਹਾਨੂੰ ਪਤਾ ਹੀ ਮੈਂ ਕਾਹਨੂੰ ਨਾਂ ਲੈਣਾ ਸਰ। ਸੁੱਖੋ ਸਾਹਿਬ ਤੁਸੀਂ ਸਾਡੇ ਨਾਲ ਸਟੂਡੀਓ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ ਸਰ। ਤਾਂ ਇਹ ਸਨ ਬਲਵਿੰਦਰ ਸਿੰਘ ਸੇਖੋਂ, ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਹੋਣ ਤੋਂ ਬਾਅਦ ਸਾਡੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਸਾਫ਼ ਕੀਤਾ ਕਿ ਇਹ ਮਾਮਲਾ ਉਹਨਾਂ ਦੇ ਖਿਲਾਫ ਨਹੀਂ ਸੀ ਬਣਦਾ। ਜਿਹੜੀਆਂ ਧਾਰਾਵਾਂ ਉਹਨਾਂ ਦੇ ਖਿਲਾਫ ਲਗਾਈਆਂ ਗਈਆਂ ਨੇ ਉਹ ਨਹੀਂ ਸਨ ਬਣਦੀਆਂ। ਪਰ ਨਾਲ ਹੀ ਉਹਨਾਂ ਨੇ ਇਹ ਵੀ ਸਾਫ਼ ਕੀਤਾ ਕਿ ਜਿਹੜਾ ਉਹਨਾਂ ਦੇ ਵੱਲੋਂ ਲਿਖੀ ਗਈ ਹੈ ਪੋਸਟ, ਉਹਦੇ ਵਿੱਚ ਕੁਝ ਵੀ ਗਲਤ ਨਹੀਂ ਲਿਖਿਆ ਗਿਆ। ਨਾਲ ਹੀ ਉਹਨਾਂ ਨੇ ਆਪਣੀ ਪੋਸਟ ਨੂੰ ਬਰੀਫ ਵੀ ਕੀਤਾ ਤੇ ਨਾਲ ਹੀ ਉਹਨਾਂ ਨੇ ਇਹ ਵੀ ਸਾਫ਼ ਕੀਤਾ ਕਿ ਜੇਕਰ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਦੱਸ ਸਕਦੀ ਹੈ, ਉਹ ਖੁਦ ਗ੍ਰਿਫਤਾਰੀ ਦੇਣ ਦੇ ਲਈ ਉੱਥੇ ਚਲੇ ਜਾਣਗੇ। ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।